ਸੋ ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਅੱਜ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ? और ये जियाणी केड़ी नींद सुत्ता मतलब मैं तो कहना ਇਹਦਾ ਵੀ ਡੋਪ ਟੈਸਟ ਕਰਾਇਆ ਜਾਵੇ। ਚਿੱਟੀ ਦਾੜੀ ਇਹਦੇ ਮੂੰਹ ਤੇ ਆ, ਸ਼ਰਮ ਪਤਾ ਨਹੀਂ ਇਹਦੀ ਕਿੱਥੇ ਲੁਕੀ ਹੋਈ ਹੈ। ਸੁਰਜੀਤ ਕੁਮਾਰ ਜਿਆਣੀ ਦੇ ਕਿਹੜੇ ਬਿਆਨ ਤੋਂ ਤੁਹਾਨੂੰ ਤਕਲੀਫ ਹੈਗੀ ਹੈ? ਕਿਉਂਕਿ ਮੈਂ ਪੁੱਛਦਾ ਜਿਆਣੀ ਨੂੰ ਵੀ ਤੇਰਾ ਜਵਾਨ ਪੁੱਤ ਮਰ ਗਿਆ 21 ਸਾਲ ਦਾ, ਫਿਰ ਵੀ ਤੂੰ ਇਦਾਂ ਕਹੇਗਾ ਅਸੀਂ ਜਿੱਤਾਂਗੇ? ਸੁਪਰੀਮ ਕੋਰਟ ਦੇ ਉੱਤੇ ਕੰਟੈਂਪਟ ਠੋਕਣਾ ਚਾਹੀਦਾ। ਇਸ ਵੇਲੇ ਜਿਹੜੀ ਮਾਂ ਦਾ ਪੁੱਤ ਨਹੀਂ ਰਿਹਾ, ਜਿਹੜੀ ਭੈਣ ਦਾ ਬਾਪੂ ਨਹੀਂ ਹੈਗਾ, ਉਹਨਾਂ ਨੂੰ ਕੀ ਲੱਗਦਾ ਹੋਊਗਾ? ਸਾਡੇ ਜਜ਼ਬਾਤਾਂ ਦਾ ਬਲਾਤਕਾਰ ਹੋ ਰਿਹਾ ਇੱਥੇ। ਸੁਪਰੀਮ ਕੋਰਟ ਕਹਿ ਰਿਹਾ ਵੀ ਲੋਕਾਂ ਦੀ ਰਾਈਟ ਆਫ ਪ੍ਰੋਟੈਸਟ ਦੇ ਵਿੱਚ ਮੈਂ ਇੰਟਰਫੇਅਰ ਨਹੀਂ ਕਰ ਸਕਦਾ। ਉਹਨੇ ਸਰਾਹ ਨੇ, ਸੁਖਪਾਲ ਸਿੰਘ ਸਰਾਹ ਨੇ ਜੀ, ਬੀਜੇਪੀ ਲੀਡਰ, ਉਹਨੇ ਕਦੇ ਪੜ੍ਹਿਆ ਜ਼ਫਰਨਾਮਾ? ਹੁਣ ਅੱਗੇ ਕੀ ਹੈ? ਅੱਗੇ ਕੀ ਸਟੈਪ ਹੈ? ਜਿਹੜੀ ਪਟੀਸ਼ਨ ਸਵੀਕਾਰ ਕੀਤੀ ਹੈ ਉਹ ਤੇ ਸੁਣਵਾਈ ਕਦੋਂ ਹੋਣੀ ਹੈ? ਕੀ ਹੁਣ ਚੱਲ ਰਿਹਾ? ਦਲੇਰ ਮਹਿੰਦੀ ਕਹਿ, ਮੈਂ ਗਾਜਰਾਂ ਮੂਲੀਆਂ ਲਾ ਰਿਹਾ, ਮੈਂ ਕਿਸਾਨ ਆ। ਮੈਂ ਕਹੀ ਕੀ ਬਾਤ ਹੈ। ਤੇ ਅੰਦਰ ਦੇ ਸਿਸਟਮ ਚੋਂ ਵੀ ਬੜੀ ਸਪੋਰਟ ਆ ਰਹੀ ਹੈ। ਉਹ ਹੁਣ ਮੈਂ ਨਾਂ ਨਹੀਂ ਡਿਸਕਲੋਜ਼ ਕਰ ਸਕਦਾ। ਉਹ ਕਹਿੰਦੇ ਪੁੱਤਰਾ ਪੋ ਦਾ ਮਹੀਨਾ ਸੀ, ਹਾਰਦੇ ਨਹੀਂ, ਪਿੱਛੇ ਨਾ ਹਟੀ। ਅਕਸਰ ਰੁੱਲਦਾ ਹਾਂ ਕਿਉਂ ਜੋ ਅਕਸਰ ਰੋਲਿਆ ਜਾਂਦਾ ਹਾਂ, ਮੈਂ ਆਪਣੀ ਹਰ ਪੀੜ ਤੇ ਹਰ ਚੀਜ਼ ਤੇ ਕਿੱਥੇ ਫਰੋਲਿਆ ਜਾਂਦਾ ਹਾਂ। ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੇ ਜੀ ਕਮਸਾਨ ਹਾਂ। ਓਏ ਮੈਂ ਕਿਸਾਨ ਹਾਂ। ਵੱਡੇ ਸੰਘਰਸ਼ ਜਦੋਂ ਵੀ ਛਿੜਦੇ ਨੇ ਉਹਨਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹਾਕਮਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਾਂ ਹਾਕਮਾਂ ਦੀ ਸ਼ਹਿ ਤੇ ਕੀਤੀ ਜਾਂਦੀ ਹੈ। ਭਾਰਤ ਦੇ ਵਿੱਚ ਇਸ ਵਕਤ ਕਿਸਾਨਾਂ ਦੇ ਨਾਲ ਜੁੜਿਆ ਵੱਡਾ ਸੰਘਰਸ਼ ਇੱਕ ਵੱਡਾ ਰੂਪ ਹੈ ਜਿਹੜਾ ਉਹ ਲੈ ਗਿਆ। ਉਹਦੇ ਵਿੱਚ ਵੀ ਮਨੁੱਖੀ ਅਧਿਕਾਰਾਂ ਦੀ ਜਿਹੜੀ ਉਲੰਘਣਾ ਹੋਈ ਹੈ, ਮਨੁੱਖੀ ਅਧਿਕਾਰਾਂ ਦੀ ਬੇਪਤੀ ਹੋਈ ਹੈ, ਜਾਂ ਫਿਰ ਜਿੰਨੀਆਂ ਵੀ ਇਸ ਸੰਘਰਸ਼ ਦੇ ਦਰਮਿਆਨ ਮੌਤਾਂ ਹੋ ਰਹੀਆਂ ਨੇ, ਜਿਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਭਾਸ਼ਾ ਦੇ ਵਿੱਚ ਕਤਲ ਵੀ ਕਿਹਾ ਜਾਂਦਾ ਹੈ, ਜਿਹੜੇ ਕਤਲ ਹੋ ਰਹੇ ਨੇ ਸਰਕਾਰ ਦੇ ਜਬਰ ਜ਼ੁਲਮ ਦੇ ਕਾਰਨ, ਉਹਨਾਂ ਸਾਰੇ ਹਾਲਾਤਾਂ ਨੂੰ ਬਿਆਨ ਕਰਨ ਦੇ ਲਈ ਪਿਛਲੇ ਦਿਨੀ ਸੁਪਰੀਮ ਕੋਰਟ ਦੇ ਜੱਜਾਂ ਨੂੰ ਜਾਣਕਾਰੀ ਦੇਣ ਦੇ ਲਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੁਝ ਵਿਦਿਆਰਥੀ, ਸਾਬਕਾ ਤੇ ਮੌਜੂਦਾ ਵਿਦਿਆਰਥੀ, ਉਹਨਾਂ ਨੇ ਇੱਕ ਖੁੱਲੀ ਚਿੱਠੀ ਲਿਖੀ ਸੀ ਜਿਸ ਨੂੰ ਬੜਾ ਵਧੀਆ ਰਿਸਪੌਂਸ ਮਿਲਿਆ ਸੁਪਰੀਮ ਕੋਰਟ ਦੇ ਜੱਜਾਂ ਦੇ ਵੱਲੋਂ। ਜਸਟਿਸ ਨੇ ਉਸ ਨੂੰ ਪਟੀਸ਼ਨ ਦੇ ਵਜੋਂ ਸਵੀਕਾਰ ਕੀਤਾ ਹੈ। ਉਸ ਦੇ ਉੱਤੇ ਹੁਣ ਅੱਗੇ ਕੀ ਕੁਝ ਕਾਰਵਾਈ ਚੱਲਣੀ ਹੈ, ਕਦੋਂ ਹੋਣੀ ਹੈ, ਤਾਂ ਉਹਦੇ ਤੋਂ ਅਸੀਂ ਜਾਣਕਾਰੀ, ਉਹਦੇ ਬਾਰੇ ਅਸੀਂ ਜਾਣਕਾਰੀ ਲਵਾਂਗੇ, ਕਿਉਂਕਿ ਇਸ ਖੁੱਲੀ ਚਿੱਠੀ ਨੂੰ ਲਿਖਣ ਦੇ ਵਿੱਚ ਅਹਿਮ ਰੋਲ ਜਿਹੜਾ ਅਦਾ ਕੀਤਾ ਹੈ ਗੁਰਮੋਹਨਪ੍ਰੀਤ ਸਿੰਘ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਨੇ। ਇਹਨਾਂ ਦੇ ਭੈਣ ਕੀਰਤਲੀਨ ਕੌਰ ਤੇ 35 ਹੋਰ ਜਿਹੜੇ ਵਿਦਿਆਰਥੀ ਹੈਗੇ ਨੇ, ਕੁੱਲ 35 ਵਿਦਿਆਰਥੀਆਂ ਨੇ ਇਸ ਖੁੱਲੀ ਚਿੱਠੀ ਤੇ ਸਾਈਨ ਕੀਤੇ ਤੇ ਸੁਪਰੀਮ ਕੋਰਟ ਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਜੱਜਾਂ ਨੂੰ ਕਿ ਆਹ ਕੁਛ ਇੱਥੇ ਹੋ ਰਿਹਾ ਹੈ, ਕਿਉਂਕਿ ਜ਼ਾਹਿਰ ਤੌਰ ਤੇ ਸਾਰੇ ਇੱਥੇ ਆ ਕੇ ਨਹੀਂ ਦੇਖਦੇ ਸੰਘਰਸ਼ ਦੇ ਵਿੱਚ। ਤੇ ਇਸ ਦੇ ਨਾਲ ਹੀ ਹੁਣ ਅੱਗੇ ਇਹਨਾਂ ਨੇ ਹੋਰ ਕੀ ਕਦਮ ਚੁੱਕਣੇ ਨੇ, ਸਾਰੀ ਆਪਾਂ ਜਾਣਕਾਰੀ ਲਵਾਂਗੇ। ਗੁਰਮੋਹਨਪ੍ਰੀਤ ਜੀ, ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਟੂਡੀਓ ਦੇ ਵਿੱਚ। ਸੋ ਪਹਿਲਾਂ ਆਪਾਂ ਜਿਹੜੀ ਇਹੀ ਚਰਚਾ ਕਰ ਲੈਂਦੇ ਹਾਂ ਕਿ ਸੁਪਰੀਮ ਕੋਰਟ ਦੇ ਵਿੱਚ ਅੱਜ ਜਿਹੜੀ ਸੁਣਵਾਈ ਹੋਈ ਹੈ, ਅੱਜ ਹਾਲਾਂਕਿ ਖੇਤੀ ਕਾਨੂੰਨਾਂ ਨਾਲ ਜੁੜੀਆਂ ਹੋਰ ਪਟੀਸ਼ਨਾਂ ਨੂੰ ਲੈ ਕੇ ਸੁਣਵਾਈ ਹੋਈ ਹੈ। ਕੇਂਦਰ ਸਰਕਾਰ ਨੂੰ ਬੜੀ ਤਿੱਖੀ ਝਾੜ ਪਈ ਹੈ, ਫਿਰ ਵੀ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਅਸੀਂ ਜਿੱਤਾਂਗੇ। ਸੋ ਜੋ ਸਟੇਟਮੈਂਟਸ ਸੁਪਰੀਮ ਕੋਰਟ ਦੇ ਜੱਜਾਂ ਨੇ ਦਿੱਤੀਆਂ ਨੇ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ ਐਜ਼ ਏ ਲਾਅ ਗ੍ਰੈਜੂਏਟ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਮੈਂ ਜਿਆਣੀ ਦੀ ਸਟੇਟਮੈਂਟ ਤੇ ਹੀ ਆ ਜਾਂਦਾ ਕਿ ਇੱਕ ਬੁੱਢਾ ਹੁੰਦਾ ਤੇ ਇੱਕ ਬਜ਼ੁਰਗ ਹੁੰਦਾ, ਤੇ ਜਿੱਥੇ ਸਾਡੇ ਬੰਦਿਆਂ ਦੇ ਕਤਲ ਹੋ ਰਹੇ ਆ, ਮੁੱਕਦੇ ਜਾ ਰਹੇ ਆ, ਅਜਿਹਾ ਜਿਹੜਾ ਇੱਕ ਗੈਰ ਜ਼ਿੰਮੇਵਾਰਾਂ ਨਾਲ ਬਿਹੇਵੀਅਰ ਵਾਲਾ ਬੰਦਾ ਆ, ਉਹਦੇ ਲਈ ਸਾਡੀਆਂ ਨਜ਼ਰਾਂ ਦੇ ਵਿੱਚ ਇੱਕ ਪੈਸੇ ਦੀ ਇੱਜ਼ਤ ਨਹੀਂ ਹੈਗੀ ਜੀ। ਇਹ ਸਿੱਧਾ ਇਸ ਬੰਦੇ ਦੇ ਇੱਕ ਤਰੀਕੇ ਦਾ ਤੁਸੀਂ ਦੇਖੋ ਵੀ ਸੁਪਰੀਮ ਕੋਰਟ ਜਸਟਿਸ ਡਿਲੀਵਰ ਕਰਨ ਵਾਸਤੇ ਹੈ। ਇੱਕ ਵਿਕਟਿਮ ਸਾਈਡ ਉੱਥੇ ਜਾ ਰਹੀ ਹੈ, ਇੱਕ ਵਿਕਟਰ ਸਾਈਡ ਉੱਥੇ ਬੈਠੀ ਹੈ। ਬਿਲਕੁਲ, ਇੱਕ ਓਪਰੈਸਰ ਬੈਠਾ ਹੈ, ਇੱਕ ਓਪਰੈਸਡ ਨੇ। ਓਪਰੈਸਰ ਕਹਿ ਰਿਹਾ ਆ ਕਿ ਅਸੀਂ ਜਿੱਤਾਂਗੇ, ਤੇ ਸੁਪਰੀਮ ਕੋਰਟ ਦਬਕਾ ਮਾਰ ਕੇ ਕਹਿ ਰਿਹਾ ਆ ਯੂ ਹੈਵ ਟੂ ਟੈਲ ਅਸ ਵੈਦਰ ਯੂ ਸਟੇ ਦਾ ਫਾਰਮ ਲਾਜ਼ ਔਰ ਵੀ ਡੂ ਇਟ, ਕੀਪ ਇਟ ਇਨ ਅਬੇਅੰਸ, ਵਾਟ ਇਜ਼ ਦਾ ਇਸ਼ੂ। ਬਿਲਕੁਲ, ਮਤਲਬ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ। ਫਿਰ ਸੁਪਰੀਮ ਕੋਰਟ ਕਹਿ ਰਿਹਾ ਸਮ ਪੀਪਲ ਹੈਵ ਕਮਿਟਡ ਸੁਸਾਈਡ, old people and women are a part of the agitation, what is happening?
ਔਰ ਇਹ ਜਿਆਣੀ ਕਿਹੜੀ ਨੀਂਦ ਸੁੱਤਾ, ਮਤਲਬ ਮੈਂ ਤਾਂ ਕਹਿੰਦਾ ਇਹਦਾ ਵੀ ਡੋਪ ਟੈਸਟ ਕਰਾਇਆ ਜਾਵੇ। ਚਿੱਟੀ ਦਾੜੀ ਇਹਦੇ ਮੂੰਹ ਤੇ ਆ, ਸ਼ਰਮ ਪਤਾ ਨਹੀਂ ਇਹਦੀ ਕਿੱਥੇ ਲੁਕੀ ਹੋਈ ਹੈ ਇਸ ਬੇਸ਼ਰਮ ਆਦਮੀ ਦੀ। ਜੀ, ਸੋ ਤੁਹਾਨੂੰ ਲੱਗਦਾ ਕਿ ਸੁਪਰੀਮ ਕੋਰਟ ਅੱਜ ਪੂਰੀ ਤਰ੍ਹਾਂ ਨਾਲ ਕਿਸਾਨਾਂ ਦੇ ਹੱਕ ਦੇ ਵਿੱਚ ਖੜੀ ਹੈ? ਤੁਸੀਂ ਇਹ ਕਹਿ ਸਕਦੇ ਹੋ ਕਿ ਜਿਵੇਂ ਦੇ ਸਟੇਟਮੈਂਟਸ ਆਏ, ਸੁਪਰੀਮ ਕੋਰਟ ਤੋਂ ਜੋ ਸਾਨੂੰ ਉਮੀਦਾਂ ਸੀ, ਤੁਸੀਂ ਦੇਖੋ ਸੁਪਰੀਮ ਕੋਰਟ ਨੇ ਇਸ ਤੋਂ ਇਲਾਵਾ ਕਿਹਾ ਨੋਟ ਅ ਸਿੰਗਲ ਪਲੀ ਹੈਜ਼ ਬੀਨ ਫਾਈਲਡ ਦੈਟ ਸੈਡ ਦੈਟ ਦਾ ਫਾਰਮ ਲਾਜ਼ ਆਰ ਗੁੱਡ। ਮਤਲਬ ਇੱਕ ਵੀ ਪਲੀ ਇਹ ਜੀ ਨਹੀਂ ਹੈ ਜਿਹੜੀ ਕਵੇ ਕਿ ਫਾਰਮ ਲਾਜ਼ ਚੰਗੇ ਨੇ। ਬਿਲਕੁਲ। ਔਰ ਤੁਸੀਂ ਦੇਖੋ ਸੁਪਰੀਮ ਕੋਰਟ ਨੇ ਇਸ ਤੋਂ ਇਲਾਵਾ ਇਹ ਵੀ ਕਿਹਾ ਕਿ ਮੈਂ ਡਿਸਅਪੁਆਇੰਟ ਹਾਂ ਜਿਹੜੇ ਤਰੀਕੇ ਨਾਲ ਨੈਗੋਸੀਏਸ਼ਨਸ ਚੱਲ ਰਹੀਆਂ। ਜੀ ਜੀ, ਜਿੱਦਾਂ ਅਸੀਂ ਡਿਸਅਪੁਆਇੰਟ ਹਾਂ ਸਾਰੇ, ਜਿੱਦਾਂ ਸਾਨੂੰ ਸ਼ਿਕਾਇਤਾਂ ਨੇ, ਜਿੱਦਾਂ ਸਾਨੂੰ ਇਹ ਗੈਰ ਜ਼ਿੰਮੇਵਾਰਾਨਾ ਸਟੇਟਮੈਂਟਸ ਤੋਂ ਸ਼ਿਕਾਇਤਾਂ ਨੇ, ਜਿੱਦਾਂ ਸਾਡੇ ਹਿਰਦੇ ਬਲੁੰਦਰੇ ਜਾਂਦੇ ਆ, ਜਿੱਦਾਂ ਸਾਡੇ ਬੰਦੇ ਆ ਜੀਂਦੇ ਨਹੀਂ ਰਹੇ, ਜਿਹੜਾ ਮਾਰੀ ਗਿਆ ਉਹਦੀ ਕਿਹੜੇ ਹਿਊਮਨ ਰਾਈਟਸ ਦੀ ਗੱਲ ਕਰੀਏ। ਬਿਲਕੁਲ। ਉਵੇਂ ਹੀ ਮੈਨੂੰ ਲੱਗਦਾ ਸੁਪਰੀਮ ਕੋਰਟ ਦੇ ਵੀ ਜਿਹੜੇ ਜੱਜ ਨੇ ਹੈ ਤਾਂ ਉਹ ਹੱਡ ਮਾਸ ਦੇ ਢਾਂਚੇ ਹੀ ਨੇ। ਬਿਲਕੁਲ ਬਿਲਕੁਲ, ਇਨਸਾਨ ਨੇ। ਜੀ ਜੀ। ਤੇ ਜਿਹੜੇ ਜਸਟਿਸ ਪ੍ਰੋਵਾਈਡ ਕਰਦਾ ਆ, ਲੀਗੈਲਿਟੀ ਦੇਖਦਾ ਆ, ਉਹਦੇ ਚ ਮੇਰੀ ਇਹ ਸੋਚ ਹੈ ਉਹਦੇ ਵਿੱਚ ਜਜ਼ਬਾਤ ਜ਼ਿਆਦਾ ਹੀ ਹੁੰਦਾ ਹੋਊਗਾ ਸਾਡੇ ਨਾਲੋਂ। ਜੀ ਜੀ। ਤੇ ਜਿਹੜੇ ਉੱਥੇ ਜੱਜਿਸ ਦੇ ਵਾਲ ਚਿੱਟੇ ਹੋ ਗਏ ਨੇ ਨਿਆਂ ਦਿੰਦੇ ਤੇ ਉਹਨਾਂ ਨੂੰ ਦਿਖਦਾ ਹੋਊਗਾ ਕਿ ਇਹ ਕੀ ਹੋ ਰਿਹਾ ਹੈ। ਕਦੇ ਇਹ ਜਿਆਣੀ ਬੋਲ ਪੈਂਦਾ, ਕਦੇ ਸੁਖਪਾਲ ਸਿੰਘ ਸਰਾਂ ਕਹਿ ਦਿੰਦਾ ਆ। ਜੀ, ਇਹ ਸੁਰਜੀਤ ਕੁਮਾਰ ਜਿਆਣੀ ਦੇ ਕਿਹੜੇ ਬਿਆਨ ਤੋਂ ਤੁਹਾਨੂੰ ਤਕਲੀਫ ਹੈਗੀ ਹੈ? ਜੀ ਉਹ ਕਹਿ ਰਹੇ ਸਾਡੀ ਜਿੱਤ ਹੋਏਗੀ। ਮਤਲਬ ਅੱਜ ਸੁਪਰੀਮ ਕੋਰਟ ਦੇ ਵਿੱਚ ਸੁਪਰੀਮ ਕੋਰਟ ਦੇ ਉੱਤੇ ਕੰਟੈਂਪਟ ਠੋਕਣਾ ਚਾਹੀਦਾ। ਸੁਪਰੀਮ ਕੋਰਟ ਕਹਿ ਰਿਹਾ ਕਮੇਟੀ ਬਿਠਾਓ, ਲਾਜ਼ ਨੂੰ ਸਟੇ ਕਰੋ। ਜੀ ਜੀ। ਤੇ ਸੁਰਜੀਤ ਜਿਆਣੀ ਕਹਿ ਰਿਹਾ ਸਾਡੀ ਜਿੱਤ ਹੋਏਗੀ। ਮਤਲਬ ਇੱਕ ਪੱਖੋਂ ਤਾਂ ਤੁਸੀਂ ਕਹਿ ਰਹੇ ਹੋ ਅਸੀਂ ਕਿਸਾਨਾਂ ਨੂੰ ਵੀ ਅਸੀਂ ਸਮਝੌਤਾ ਕਰ ਲੈਣੇ, ਸਮਝੌਤੇ 'ਚ ਜਿੱਤ ਹਾਰ ਨਹੀਂ ਹੁੰਦੀ। ਜੀ ਜੀ। ਸਮਝੌਤੇ 'ਚ ਹੱਥ ਜੋੜੇ ਜਾਂਦੇ ਆ। ਜਿਹੜੇ ਲੋਕਾਂ ਨੇ ਕੁਰਸੀਆਂ ਤੇ ਬਿਠਾਇਆ ਨਾ, ਉਹਨਾਂ ਦੀ ਸੇਵਾ ਕਰਨ ਵਾਸਤੇ ਬੈਠੇ ਹੋ, ਉਹਨਾਂ ਨੂੰ ਇਹੋ ਜਿਹਾ ਤੁਸੀਂ ਇਸ ਵੇਲੇ ਜਿਹੜੀ ਮਾਂ ਦਾ ਪੁੱਤ ਨਹੀਂ ਰਿਹਾ, ਜਿਹੜੀ ਭੈਣ ਦਾ ਬਾਪੂ ਨਹੀਂ ਹੈਗਾ, ਉਹਨਾਂ ਨੂੰ ਕੀ ਲੱਗਦਾ ਹੋਊਗਾ ਸਾਡੀ ਜਿੱਤ ਹੋਊਗੀ। ਜਿਵੇਂ ਆਪਾਂ ਦੇਖਦੇ ਹਾਂ ਕਿਸੇ ਕੇਸ ਦੇ ਵਿੱਚ ਕੋਈ ਰੇਪਿਸਟ ਆ, ਰੇਪਿਸਟ ਕੀ ਕਰਦਾ? ਰੇਪਿਸਟ ਕਚਹਿਰੀਆਂ ਦੇ ਵਿੱਚ ਕਵੇ ਕਿਸੇ ਸਾਡੇ ਜਜ਼ਬਾਤਾਂ ਦਾ ਬਲਾਤਕਾਰ ਹੋ ਰਿਹਾ ਇੱਥੇ, ਜੀ ਸਾਡੇ ਬੰਦੇ ਮਰ ਰਹੇ। ਸੋ ਜੇ ਆਪਾਂ ਕਾਨੂੰਨ ਦੀ ਭਾਸ਼ਾ ਦੇ ਵਿੱਚ ਦੇਖ ਲਈਏ, ਜਿਵੇਂ ਸੁਰਜੀਤ ਕੁਮਾਰ ਜਿਆਣੀ ਟਿੱਪਣੀ ਦੇ ਰਹੇ ਨੇ ਸੁਪਰੀਮ ਕੋਰਟ ਦੀ ਅੱਜ ਦੀ ਸੁਣਵਾਈ ਤੇ, ਕਿਸਾਨ ਲੀਡਰਾਂ ਨੇ ਕਿਹਾ ਹੈ ਕਿ ਅਸੀਂ ਸਹਿਯੋਗ ਕਰਾਂਗੇ। ਪਹਿਲਾਂ ਉਹ ਕਹਿ ਰਹੇ ਸੀ ਕਿ ਨਾ ਅਸੀਂ ਸੁਪਰੀਮ ਕੋਰਟ ਜਾਣਾ ਹੈਗਾ ਤੇ ਨਾ ਹੀ ਅਸੀਂ ਗਏ ਆ, ਪਰ ਅੱਜ ਉਹਨਾਂ ਨੇ ਕਿਹਾ ਕਿ ਅਸੀਂ ਸਹਿਯੋਗ ਕਰਾਂਗੇ। ਪਰ ਬੀਜੇਪੀ ਦੇ ਲੀਡਰ ਇਸ ਤਰ੍ਹਾਂ ਦੇ ਬਿਆਨ ਦੇ ਰਹੇ ਨੇ ਤੇ ਕਾਨੂੰਨ ਦੀ ਭਾਸ਼ਾ ਕੀ ਕਹਿੰਦੀ ਹੈ ਵੀ ਸੁਪਰੀਮ ਕੋਰਟ ਦੀ ਕਿਸੇ ਵੀ ਟਿੱਪਣੀ ਤੇ ਤੁਸੀਂ ਕਿਵੇਂ ਜਿਹੜਾ ਪ੍ਰਤੀਕਿਰਿਆ ਦੇ ਸਕਦੇ ਹੋ? ਕੀ ਹੈ? ਤੁਸੀਂ ਦੇਖੋ, ਮੈਨੂੰ ਤਾਂ ਲੱਗਦਾ ਸੁਰਜੀਤ ਜਿਆਣੀ ਸ਼ਾਇਦ ਬੁਖਲਾ ਗਿਆ ਸਟੇਟਮੈਂਟ ਤੋਂ। ਐਡੀ ਝਾੜ ਪੈ ਗਈ ਆ, ਝਾੜ ਤੋਂ ਬਾਅਦ ਸ਼ਰਮ ਆਉਣੀ ਚਾਹੀਦੀ ਹੈ ਕਿ ਆਵਾਜ਼ ਹੋਰ ਉੱਚੀ ਹੋ ਕੇ ਹੌਸਲੇ ਬੁਲੰਦ ਹੋਣੇ ਚਾਹੀਦੇ ਨੇ। ਜੀ, ਹੀ ਇਜ਼ ਨਾਟ ਇਵਨ ਸੌਰੀ। ਨਹੀਂ, ਜੇ ਸੁਪਰੀਮ ਕੋਰਟ ਦੀ ਪ੍ਰਤੀਕਿਰਿਆ ਦੇ ਉੱਤੇ, ਟਿੱਪਣੀ ਦੇ ਉੱਤੇ ਅਸੀਂ ਇਹੋ ਜੀ ਪ੍ਰਤੀਕਿਰਿਆ ਦਿੰਨੇ ਆ ਤਾਂ ਉਹਦੇ ਲਈ ਵੀ ਕੋਈ ਕਾਨੂੰਨ ਬਣਿਆ ਕਿ ਉਹਨਾਂ ਤੇ ਵੀ ਕੋਈ ਕਾਰਵਾਈ ਹੋ ਸਕਦੀ ਹੈ? ਕਾਨੂੰਨ ਕੀ ਕਹਿੰਦਾ ਹੈ? ਦੇਖੋ, ਕਾਨੂੰਨ ਇਹ ਸਿੱਧਾ ਸੁਪਰੀਮ ਕੋਰਟ ਇਹਨੂੰ ਕੰਟੈਂਪਟ ਕਰ ਸਕਦਾ ਅਕਾਊਂਟ ਕਿ ਜਦ ਆਪਾਂ ਫੈਸਲਾ ਲੈਣ ਜਾ ਰਹੇ ਹਾਂ ਸੁਪਰੀਮ ਕੋਰਟ ਕੋਲ, ਜਿਵੇਂ ਤੁਸੀਂ ਇੱਕ ਪਿੰਡ ਦੇ ਸਰਪੰਚ ਕੋਲ ਜਾ ਰਹੇ ਹੋ, ਨੋਰਮਲ ਜੀ ਗੱਲ ਕਰੀਏ, ਸਾਦੀ ਜੀ, ਆਮ ਲੋਕ ਵੀ ਸਮਝ ਸਕਣ, ਤੁਸੀਂ ਸਰਪੰਚ ਕੋਲ ਨਿਆਂ ਲਈ ਬੈਠੇ ਹੋ, ਉਹ ਕਹਿ ਰਹੇ ਮੈਂ ਸੁਪਰੀਮ ਕੋਰਟ ਨੇ ਇੱਥੇ ਤੱਕ ਕਿਹਾ, ਦੇਖੋ ਉਹਨਾਂ ਨੇ ਕਿਹਾ we are not in favor of easily staying a law but we want to stay, don't implement the law। ਜੀ, ਤੇ ਉਸ ਤੋਂ ਬਾਅਦ ਕਿ ਕਾਨੂੰਨ ਨਾ ਲਾਗੂ ਨਾ ਕਰੋ, ਲਾਗੂ ਕਰਨ ਦੀ ਪ੍ਰਕਿਰਿਆ ਰੋਕੋ। ਤੇ ਉਸ ਤੋਂ ਬਾਅਦ ਉਹਨਾਂ ਨੇ ਅਗਲਾ ਵੀ ਕਿਹਾ, ਮਤਲਬ ਮੇਰੇ ਕੋਲ ਪ੍ਰੋਪਰ ਵਰਡਿੰਗ ਕਿਤੇ, ਮਤਲਬ ਆਈ ਵਿਲ ਫਾਈਲ ਅਗੇਨ, ਕਿ ਅਸੀਂ ਇਹ ਪਾਰਟਸ ਦੇ ਵਿੱਚ ਜਜਮੈਂਟ ਡਿਲੀਵਰ ਕਰਾਂਗੇ ਜੀ, ਕਿਉਂਕਿ ਇਹ ਨੈਗੋਸੀਏਸ਼ਨਸ ਨੇ। ਪੀਪਲਸ ਵਿਲ ਹੈ, ਡੈਮੋਕ੍ਰੈਟਿਕ ਕੰਟਰੀ ਆ, ਵਰਲਡ ਦੀ ਲਾਰਜੈਸਟ ਅਸੀਂ ਡੈਮੋਕ੍ਰੇਸੀ ਆ, ਇੱਥੇ ਲੋਕਾਂ ਦੀ ਜਿਹੜੀ ਆਸ ਉਮੀਦ ਹੈ ਉਹ ਸਭ ਤੋਂ ਉੱਤੇ ਆ। ਤੇ ਸੁਪਰੀਮ ਕੋਰਟ ਨੇ ਸਿੱਧਾ ਜਦ ਇਹ ਕਹਿਤਾ ਦਿਸ ਕੋਰਟ ਵਿਲ ਨੋਟ ਇੰਟਰਫੇਅਰ, ਸੁਪਰੀਮ ਕੋਰਟ ਕਹਿ ਰਿਹਾ ਵੀ ਲੋਕਾਂ ਦੀ ਰਾਈਟ ਆਫ ਪ੍ਰੋਟੈਸਟ ਦੇ ਵਿੱਚ ਮੈਂ ਇੰਟਰਫੇਅਰ ਨਹੀਂ ਕਰ ਸਕਦਾ। ਤੇ ਇਹੀ ਸੀ ਖੱਟੜ ਸਰਕਾਰ ਨੇ ਉਹਨਾਂ ਲੋਕਾਂ ਦੀ ਪ੍ਰੋਟੈਸਟ ਦੀ ਰਾਈਟ ਦੇ ਵਿੱਚ ਇੰਟਰਫੇਅਰ ਤਾਂ ਕੀ, ਉਹਨਾਂ ਤੇ ਡਾਂਗਾਂ ਵੀ ਮਾਰੀਆਂ। ਮੈਂ ਤਾਂ ਇਸ ਤੋਂ ਪਹਿਲੇ ਐਟੀਟਿਊਡ, ਤੁਸੀਂ ਸ਼ਾਹਜਹਾਂਪੁਰ ਦੇਖੋ, ਐਕਸਪਾਇਰੀ ਡੇਟ ਦੇ ਟੀਅਰ ਗੈਸ ਸੈੱਲ ਛੱਡੇ ਜਾ ਰਹੇ ਆ, ਉਹ ਵੀ ਇਹਨਾਂ ਦੇ ਕੰਟੈਂਪਟ ਪੈਣਾ ਚਾਹੀਦਾ। ਸੋ ਇਹੋ ਜੀ ਜਿਹੜੀ ਜਦੋਂ ਇਹੋ ਜੀ ਕਾਰਵਾਈ ਕੀਤੀ ਹੈ ਸਟੇਟ ਸਰਕਾਰਾਂ ਨੇ, ਤਾਂ ਕੀ ਸੁਪਰੀਮ ਕੋਰਟ ਨੂੰ ਸਿਊ ਮੋਟੋ ਨਹੀਂ ਲੈਣਾ ਚਾਹੀਦਾ? ਅਸੀਂ ਤਾਂ ਉਮੀਦ ਕਰਦੇ ਹਾਂ ਲੈਣਾ ਚਾਹੀਦਾ। ਬਾਕੀ ਮੈਨੂੰ ਉਮੀਦ ਹੈ ਜਿਵੇਂ ਅੱਜ ਦੀ ਸਟੇਟਮੈਂਟ ਹੈ ਵੀ ਅਸੀਂ ਉਮੀਦ ਤੇ ਦੇਖੋ, ਹੋਪ ਇਜ਼ ਅ ਬਿਗ ਥਿੰਗ, ਮੇਬੀ ਦ ਬੈਸਟ ਆਫ ਦ ਥਿੰਗਸ। ਤੇ ਸੋ ਲੱਗਦਾ ਤੁਹਾਨੂੰ ਪੂਰੀ ਆਸ ਹੈ ਕਿ ਸੁਪਰੀਮ ਕੋਰਟ ਅੱਗੇ ਵੀ ਕੁਝ ਕੱਲ ਦੀ ਸੁਣਵਾਈ ਦੇ ਵਿੱਚ ਵੀ ਕੁਝ ਚੰਗਾ ਕਰ ਸਕਦੀ ਹੈ ਕਿਸਾਨਾਂ ਦੇ ਹੱਕ ਦੇ ਵਿੱਚ। ਸੁਪਰੀਮ ਕੋਰਟ ਭਾਰਤ ਦੀ ਇੱਕ ਵੱਡੀ ਅਦਾਲਤ ਹੈ, ਉਹ ਨਿੱਤਰ ਆਈ ਹੈ। ਦੇਖੋ, ਅਸੀਂ ਅੱਜ ਵਾਲਾ ਸਟੈਪ ਬਹੁਤ ਵੈਲਕਮ ਕਹਿ ਸਕਦੇ ਹਾਂ, ਬਿਗ ਰੇ ਆਫ ਹੋਪ। ਔਰ ਹੁਣ ਇਹਨਾਂ ਨੂੰ ਫਟਕਾਰ ਸਮਝ ਨਹੀਂ ਆਉਂਦੀ ਪਈ ਜਿਆਣੀ ਵਰਗਿਆਂ ਨੂੰ ਜਾਂ ਹੋਰ ਇਹਨਾਂ ਦੇ ਜਿਹੜੇ ਆਕਾ ਬੈਠੇ ਨੇ ਅੱਗੇ। ਜੀ ਜੀ ਜੀ,
ਜਿਹੜੇ ਇਹਨਾਂ ਦੇ ਹਜ਼ੂਰ ਸਾਹਿਬ ਬੈਠੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ। ਤੁਸੀਂ ਦੇਖੋ ਨਾ ਕਿਹੜੀ ਚੀਜ਼ ਹੈ ਇਹਨਾਂ ਨੂੰ ਧਾਰਮਿਕ ਭਾਵਨਾਵਾਂ ਇਹਨਾਂ ਨੂੰ ਨਹੀਂ ਰਹੀਆਂ। ਉਹਨੇ ਸਰਾਂ ਨੇ ਸੁਖਪਾਲ ਸਿੰਘ ਸਰਾਂ ਨੇ ਜੀ ਬੀਜੇਪੀ ਲੀਡਰ ਉਹਨੇ ਕਦੇ ਪੜ੍ਹਿਆ ਜ਼ਫਰਨਾਮਾ? ਜ਼ਫਰਨਾਮਾ ਪੜ੍ਹਨ ਤੋਂ ਪਹਿਲਾਂ ਉਹਨੂੰ ਆਖਣਾ ਸੀਗਾ ਕਿ ਬੇਗਮ ਜ਼ੈਨਾਬ ਬਾਰੇ ਪੜ੍ਹ ਲੈ, ਜਿਹੜੀ ਨਵਾਬ ਵਜ਼ੀਰ ਖਾਨ ਦੀ ਬੀਵੀ ਸੀਗੀ ਤੇ ਜਿਹਨੇ ਆਪਦੀਆਂ ਪਤੀ ਦੀਆਂ ਕਰਤੂਤਾਂ ਕਰਕੇ ਇੱਥੇ ਖੰਜਰ ਮਾਰ ਕੇ ਸੁਸਾਈਡ ਕੀਤਾ ਸੀ। ਜੀ ਜੀ ਵੀ ਇਹਨਾਂ ਦੇ ਕਿਤੇ ਆਕਾ ਸਾਹਿਬ ਦੇ ਜਿਹੜੇ ਰਿਸ਼ਤੇਦਾਰ ਲੁਕੇ ਫਿਰਦੇ ਨੇ ਵੀ ਉਹਨਾਂ ਨੂੰ ਤਾਂ ਸਾਂਭ ਨਹੀਂ ਸਕੇ ਜਿਹੜੇ ਲੁਕੇ ਫਿਰਦੇ ਨੇ। ਜੀ ਜੀ ਬਿਲਕੁਲ ਬਿਲਕੁਲ। ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ ਸੁਖਪਾਲ ਸਰਾਂ ਜਿਹੜੇ ਪੰਜਾਬ ਤੋਂ ਬੀਜੇਪੀ ਲੀਡਰ ਹੈਗੇ ਨੇ, ਉਹਨਾਂ ਨੇ ਇੱਕ ਬਿਆਨ ਦਿੱਤਾ ਹੈ ਕਿ ਖੇਤੀ ਕਾਨੂੰਨ ਨੇ ਜਿਹੜੇ ਉਹਨਾਂ ਦੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਲੋਂ ਜੋ ਜ਼ਫਰਨਾਮਾ ਲਿਖਿਆ ਉਹਦੇ ਨਾਲ ਤੁਲਨਾ ਕੀਤੀ ਹੈ, ਜਿਹਦੇ ਤੇ ਖਾਸ ਕਰਕੇ ਸਿੱਖ ਭਾਈਚਾਰੇ ਨੂੰ ਬਹੁਤ ਇਤਰਾਜ਼ ਹੈਗਾ ਆ ਤੇ ਉਹਨਾਂ ਦਾ ਤਿੱਖਾ ਵਿਰੋਧ ਵੀ ਹੋ ਰਿਹਾ। ਸੋ ਗੁਰਮੋਹਨਪ੍ਰੀਤ, ਆਪਾਂ ਹੁਣ ਗੱਲ ਕਰ ਲਈਏ ਜਿਹੜੀ ਤੁਸੀਂ ਚਿੱਠੀ ਲਿਖੀ ਸੀ, ਖੁੱਲੀ ਚਿੱਠੀ ਲਿਖੀ ਸੀ, ਸੁਪਰੀਮ ਕੋਰਟ ਨੇ ਉਸ ਨੂੰ ਪਟੀਸ਼ਨ ਜਿਹੜਾ ਸਵੀਕਾਰ ਕੀਤਾ ਹੈ, ਯਾਨੀ ਕਿ ਇੰਨਾ ਅਸਰ ਹੋਇਆ ਸੁਪਰੀਮ ਕੋਰਟ ਦੇ ਜੱਜਾਂ ਦੇ ਉੱਤੇ ਉਸ ਚਿੱਠੀ ਦਾ। ਉਹ ਚਿੱਠੀ ਲਿਖਣ ਦੇ ਹਾਲਾਤ ਕਿਵੇਂ ਬਣੇ ਤੇ ਲਿਖਿਆ ਕੀ ਹੈ ਉਸ ਚਿੱਠੀ ਦੇ ਵਿੱਚ, ਆਪਾਂ ਜ਼ਰੂਰ ਦਰਸ਼ਕਾਂ ਨੂੰ ਦੱਸ ਦਈਏ। ਦੇਖੋ ਅਸੀਂ ਬਹੁਤ ਜ਼ਿਆਦਾ ਡਿਸਟਰਬ ਹੋ ਰਹੇ ਸੀ ਆ ਚੀਜ਼ਾਂ ਤੋਂ, ਕਿਉਂਕਿ ਸਾਡਾ ਕੀਤਾ ਹੀ ਹੈ ਹਿਊਮਨ ਰਾਈਟਸ। ਤੇ ਮੇਰੀ ਭੈਣ ਜਿਹਦਾ ਤੁਸੀਂ ਸ਼ੁਰੂਆਤ ਵਿੱਚ ਜ਼ਿਕਰ ਕੀਤਾ, ਹਾਂਜੀ, ਕਿਰਤਲੀਨ ਦਾ ਇਸ ਲੈਟਰ 'ਚ ਨਾਮ ਇਸ ਲਈ ਨਹੀਂ ਆ ਪਾਇਆ ਕਿਉਂਕਿ ਸਾਡੇ ਡਿਪਾਰਟਮੈਂਟ ਦਾ ਇਨੀਸ਼ੀਏਟਿਵ ਸੀਗਾ ਤੇ ਮਤਲਬ ਵੀ ਉਹਦੇ ਵਿੱਚ ਸਾਰੇ ਡਿਪਾਰਟਮੈਂਟ ਦੇ ਬੱਚੇ ਆ ਗਏ। ਯਾਨੀ ਕਿ ਹਿਊਮਨ ਰਾਈਟਸ ਜੀ, ਕਿਉਂਕਿ ਹਲੇ ਮਾਸਟਰਸ ਲਈ ਹਲੇ ਰੁਕੀ ਹੋਈ ਸੀ, ਗ੍ਰੈਜੂਏਸ਼ਨ ਉਹਦੀ ਪੂਰੀ ਹੋ ਚੁੱਕੀ ਸੀ। ਤੁਸੀਂ ਹੁਣ ਹਿਊਮਨ ਰਾਈਟਸ ਕਰ ਰਹੇ ਹੋ? ਜੀ ਜੀ, ਮੈਂ ਹੁਣ ਹਿਊਮਨ ਰਾਈਟਸ ਕਰ ਰਿਹਾ ਮਾਸਟਰਸ। ਜੀ ਜੀ। ਮੈਂ ਤੇ ਕਿਰਤਲੀਨ ਅਸੀਂ ਧਰਨੇ 'ਚ ਗਏ ਸੀ। ਅਸੀਂ 27 ਨੂੰ ਉੱਥੇ ਸੀ। ਅੱਛਾ। ਤੇ ਅਸੀਂ ਅੰਮ੍ਰਿਤ ਵੇਲਾ ਦੇਖਣਾ ਚਾਹੁੰਦੇ ਸੀ ਤੇ ਵੈਸੇ ਵੀ ਅਸੀਂ ਸੌ ਨਹੀਂ ਪਾਉਂਦੇ ਜਦੋਂ ਆ ਹਾਲਾਤਾਂ 'ਚ ਹੁੰਨੇ ਆ ਤੇ ਸਾਰਿਆਂ ਦੀ ਸਾਡੀ ਨੀਂਦ ਅਕਸਰ ਉੱਡੀ ਹੁੰਦੀ ਆ। 3:30-4 ਵਜੇ ਦਾ ਵੇਲਾ ਹੋਣਾ, ਅਸੀਂ ਸਿੰਘੂ ਤੋਂ ਤੁਰਦੇ ਅੱਗੇ ਜਾ ਰਹੇ ਸੀਗੇ ਤੇ ਸਾਡੇ ਬਾਬੇ ਆਸਾ ਦੀ ਵਾਰ ਪੜ ਰਿਹਾ ਸੀ, ਕੋਈ ਅੱਗੇ ਨਿਤਨੇਮ ਕਰ ਰਹੇ ਸੀ। 27 ਨਵੰਬਰ ਦੀ ਗੱਲ ਕਰ ਰਹੇ? 27 ਨਵੰਬਰ ਦੀ ਗੱਲ ਕਰ ਰਹੇ ਸੀ। 27 ਨਵੰਬਰ ਨੂੰ ਤੇ ਇੱਕ ਥਾਂ ਤੇ ਆ ਕੇ ਗੱਦਾ ਪਿਆ ਹੋਇਆ ਸੀ। ਮੇਰੀ ਭੈਣ ਫੋਟੋਗ੍ਰਾਫੀ ਵੀ ਕਰਦੀ ਆ ਤੇ ਉਹਨੇ ਪੀਯੂ ਨੂੰ ਰਿਪਰੈਜ਼ੈਂਟ ਕੀਤਾ ਯੂਥ ਫੈਸਟ ਦੇ ਵਿੱਚ ਵੀ ਜੀ, ਨੈਸ਼ਨਲਸ ਵਗੈਰਾ 'ਚ। ਤੇ ਅਸੀਂ ਇੱਕ ਫੋਟੋ ਖਿੱਚੀ ਉੱਥੇ। ਮਤਲਬ ਓਬਵੀਅਸ ਹੈ ਕਿ ਆਰਟਿਸਟ ਦਾ ਮਾਈਂਡ ਹੈ ਜਿਹੜਾ ਨਾਲ ਜਦੋਂ ਬਿਲਕੁਲ ਇੱਕ ਗੱਦੇ ਦੇ ਉੱਤੇ ਸਾਡੇ ਬਜ਼ੁਰਗਾਂ ਦੇ ਨਾਲ ਦਿੱਲੀ ਦੇ ਲੁੱਟਰ ਕੁੱਤੇ ਸੁੱਤੇ ਹੋਏ ਸੀ। ਅੱਛਾ। ਤੇ ਉਹ ਇੱਕ ਬੜੀ ਦਰਦਨਾਕ ਜੀ ਚੀਜ਼ ਸੀ ਸਾਡੇ ਲਈ ਕਿ ਜਿਹੜੇ ਖੇਤਾਂ ਦੇ ਰਾਖੇ ਨੇ, ਜ਼ਮੀਂਦਾਰ ਨੇ, ਕਿੱਥੇ ਬੈਠੇ ਹੋਏ ਸੀ ਤੇ ਕਿੱਥੇ ਆ ਕੇ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ। ਬਿਲਕੁਲ। ਕਿ ਇਸ ਲਈ ਅਸੀਂ ਡੈਮੋਕ੍ਰੇਸੀ ਬਣਾਉਂਦੇ ਆ। ਤੇ ਇੱਕੋ ਦਮ ਹੀ ਨਾ ਮਤਲਬ ਮੈਂ ਕਿਉਂਕਿ ਜਜਮੈਂਟਸ ਪੜ੍ਹਦਾ ਰਹਿਣਾ ਤੇ ਲਾਅ ਗ੍ਰੈਜੂਏਟ ਆ, ਲਾਅ ਕੀਤਾ ਮੈਨੂੰ ਹੋ ਗਿਆ ਟਾਈਮ ਖਾਸਾ, ਤੇ ਉਹ ਚੀਜ਼ਾਂ ਅਸੀਂ ਬਾਰ-ਬਾਰ ਪੜ੍ਹਦੇ ਆ। ਕੁਝ ਸੁਪਰੀਮ ਕੋਰਟ ਨੇ ਬੜੀਆਂ ਵਧੀਆ ਜਜਮੈਂਟਸ ਦਿੱਤੀਆਂ ਨੇ। ਮੇਨਕਾ ਗਾਂਧੀ ਕੇਸ ਹੋਇਆ 1978 ਚ। ਜੀ ਜੀ। ਉਹਦੇ ਵਿੱਚ ਸੁਪਰੀਮ ਕੋਰਟ ਦੇ ਜੱਜ ਨੇ ਕਿਹਾ ਸੀ ਕਿ ਰਾਈਟ ਟੂ ਲਾਈਫ ਇਜ਼ ਨਾਟ ਜਸਟ ਕਨਫਾਈਨਡ ਟੂ ਮੇਅਰ ਐਨੀਮਲ ਐਗਜ਼ਿਸਟੈਂਸ ਬਟ ਹੇਅਰ ਵੀ ਆਰ ਕਲੀਅਰਲੀ ਬਿਲਕੁਲ ਇਨ ਦੈਟ ਵੈਰੀ ਐਨੀਮਲ ਐਗਜ਼ਿਸਟੈਂਸ। ਤੇ ਕਿਤੇ ਵੀ ਮਤਲਬ ਜਿਹੜੇ ਸੁਨਿਆਰਿਆਂ ਦੀਆਂ ਦੁਕਾਨਾਂ ਹੀ ਜ਼ਮੀਂਦਾਰਾਂ ਦੇ ਵਿਆਹਾਂ 'ਚ ਚੱਲਦੀਆਂ ਨੇ। ਹਾਂਜੀ। ਕਿਉਂਕਿ ਸਾਡੀ ਸਾਰੀ ਇਕਨੋਮੀ ਜੁੜੀ ਹੋਈ ਹੈ, ਹਰ ਸਮਾਜ ਦਾ ਅੰਗ ਪ੍ਰਭਾਵਿਤ ਹੋ ਰਿਹਾ। ਹੁਣ ਉਹ ਮੈਨੂੰ ਸਮਝ ਨਹੀਂ ਆਉਂਦੀ ਵੀ ਉਹ ਕਿਸਾਨ ਉਸੇ ਸੁਨਿਆਰੇ ਦੇ ਅੱਗੇ ਫਰਸ਼ ਤੇ ਕੰਬਲ ਲੈ ਕੇ ਸੁੱਤੇ ਹੋਏ ਸੀ ਉੱਥੇ ਜੀ, ਤੇ ਉਹ ਇਸ ਹਾਲਤ 'ਚ ਨੇ। ਤੇ ਸੁਨਿਆਰੇ ਦੀ ਜੇ ਅੱਗੋਂ ਜਿਹੜੀ ਉਹਦੀ ਦਾਜ ਤੇ ਵਰੀ ਹੈ, ਜਿਹੜੇ ਉਹਦੇ ਗਹਿਣੇ ਨੇ, ਦਾਜ ਤੇ ਵਰੀ ਆਪਾਂ ਲਫ਼ਜ਼ ਵਰਤ ਦਿੰਨੇ ਆ, ਇਹ ਸਾਡੇ ਸੱਭਿਆਚਾਰ ਦੇ ਵਿੱਚ ਇਹ ਦਾਜ ਨੂੰ ਜਸਟੀਫਾਈ ਨਹੀਂ ਕਰ ਰਿਹਾ। ਬਿਲਕੁਲ। ਜਾਂ ਆਪਾਂ ਸ਼ੌਕ ਕਹਿ ਸਕਦੇ ਹਾਂ, ਕੁਝ ਕਹਿ ਸਕਦੇ ਹਾਂ, ਐਗਜ਼ੈਸਟਿਕ ਟਰਮ ਹਾਂ, ਕਿ ਉਹ ਜਿਹੜੇ ਗਹਿਣੇ ਨੇ ਉਹ ਜਦੋਂ ਕਿਸਾਨ ਦੀ ਫਸਲ ਪੱਕਦੀ ਹੈ ਉਹਦੇ ਕੋਲ ਪੈਸੇ ਆਉਂਦੇ ਨੇ, ਉਹ ਚਾਈ ਜਾਂਦਾ ਤੇ ਲਾਲੇ ਕੋਲ ਜਾਂਦਾ ਆ। ਜਿਹੜੀ ਆਪਣੀ ਇੱਕ ਰੂਰਲ ਐਗਰੇਰੀਅਨ ਇਕਨੋਮੀ ਆ ਉਹ ਸਾਰੀ ਪ੍ਰਭਾਵਿਤ ਹੋਊਗੀ ਇੱਥੇ। ਸੋ ਇਸੇ ਇਹਨਾਂ ਗਰਾਊਂਡਸ ਤੇ ਫਿਰ ਆਰਟੀਕਲ ਪ੍ਰੋਪਰ ਉੱਥੇ ਤੁਸੀਂ ਉਸੇ ਟਾਈਮ ਫਿਰ ਮਨ ਬਣਾਇਆ। ਫਲੈਸ਼ਸ ਆਈ ਜਾ ਰਹੇ ਸੀ ਸਾਡੇ, ਕੋਈ ਬਜ਼ੁਰਗ ਪੂਰਾ ਹੋ ਗਿਆ, ਕੋਈ ਮਾਤਾ ਇਦਾਂ ਬੈਠੀ ਹੈ, ਕਿਸੇ ਬਾਬੇ ਦੇ ਜ਼ਖਮ ਹੋਇਆ ਪਿਆ ਮੂੰਹ ਤੇ, ਉਹ ਫਲੈਸ਼ਸ ਤੰਗ ਕਰ ਰਹੇ ਸੀ, ਹੌਂਟ ਕਰ ਰਹੇ ਸੀਗੇ ਵੀ ਇੱਕ ਤਰੀਕੇ ਦਾ ਟਰੋਮਾ ਲੱਗ ਰਿਹਾ ਸੀ ਸਾਨੂੰ ਜੀ। ਤੇ ਉਸ ਤੋਂ ਬਾਅਦ ਫਿਰ ਉਸ ਚੀਜ਼ ਨੇ ਲੈਟਰ ਦਾ ਨਾਮ ਲਿਆ। ਫਿਰ ਪਹਿਲਾਂ ਤੁਸੀਂ ਦੋਵੇਂ ਭੈਣ ਭਰਾਵਾਂ ਨੇ ਸਲਾਹ ਕੀਤੀ, ਫਿਰ ਆਪਣੇ ਅਸੀਂ ਬਸ ਲਿਖਣ ਬੈ ਗਏ ਵੈਸੇ ਹੀ। ਅੱਛਾ। ਦੋਵੇਂ ਵੈਸੇ ਵੀ ਲਿਖਦੇ ਰਹਿੰਦੇ ਆ। ਤੇ ਉਹ ਤੋਂ ਬਾਅਦ ਮੈਂ ਆਪਦੇ ਪ੍ਰੋਫੈਸਰ ਸਾਹਿਬ ਨੇ ਉਪਨੀਤ ਕੌਰ ਮਾਂਗਟ ਜੀ, ਉਹਨਾਂ ਨੂੰ ਦੱਸਿਆ ਕਿ ਮੈਂ ਕਰਨਾ ਚਾਹੁੰਦਾ, ਵੀ ਮੈਂ ਬੜਾ ਅਨਕੰਫਰਟੇਬਲ ਫੀਲ ਕਰ ਰਿਹਾ। ਤੇ ਕਹਿੰਦੇ ਵੀ ਸੋਹਣਾ ਸਟੈਪ ਹੈ ਤੇ ਤੂੰ ਗਰੁੱਪ ਦੇ ਵਿੱਚ ਪਾ ਦੇ। ਗਰੁੱਪ 'ਚ ਮੈਂ ਪਾਇਆ ਤੇ ਕੁਝ ਜਣੇ ਮਦਦ ਕਰਨ ਲਈ ਆ ਗਏ। ਹੌਲੀ ਹੌਲੀ ਇਸ ਚੀਜ਼ ਨੇ ਕਾਫਲੇ ਦਾ ਨਾਂ ਲੈ ਲਿਆ ਤੇ 35 ਜਣਿਆਂ ਨੇ ਸਾਈਨ ਕਰਤਾ ਜੀ। ਤੇ ਫਿਰ ਕਿੰਨੀ ਤਰੀਕ ਨੂੰ ਤੁਸੀਂ ਚਿੱਠੀ ਲਿਖੀ, ਕਿੰਨੀ ਤਰੀਕ ਨੂੰ ਪਹੁੰਚ ਗਈ, ਕਦੋਂ ਰਿਐਕਸ਼ਨ ਆਇਆ? ਤੁਸੀਂ ਇਹ ਆਖ ਸਕਦੇ ਆ ਕਿ ਐਸ ਪਰ ਸੁਪਰੀਮ ਕੋਰਟ ਦੇ ਡਾਕੂਮੈਂਟ 2 ਤਰੀਕ ਨੂੰ ਅਸੀਂ
ਮਤਲਬ ਵੀ ਉਹਨਾਂ ਨੇ ਰਿਸੀਵ ਕਰ ਲਈ ਸੀ 2 ਦਸੰਬਰ ਨੂੰ। ਠੀਕ ਹੈ। ਐਜ਼ ਪਰ ਦਾ PDF ਜਿਹੜਾ ਉਹਨਾਂ ਦੇ ਪਾਸਪੋਰਟ ਤੋਂ ਬਾਅਦ ਜਨਰੇਟ ਹੋਇਆ ਜੀ ਜੀ। ਤੇ ਡਾਇਰੀ ਨੰਬਰ ਜਿਹੜਾ ਉਹਨਾਂ ਨੇ ਦਿੱਤਾ ਸੀ ਮੈਨੂੰ ਥਰੂ ਮੋਬਾਈਲ। ਹਾਂਜੀ। ਤੇ 18 ਤਰੀਕ ਨੂੰ ਰਜਿਸਟਰ ਹੋ ਗਿਆ ਐਜ਼ ਅ PIL 18 ਦਸੰਬਰ 18 ਦਸੰਬਰ 2020। ਇੱਕ ਪ੍ਰੋਪਰ 5 ਡਿਜਿਟ ਨੰਬਰ ਹੈ /PIL/2020 ਜੀ, ਜਿੱਤੋਂ ਕਿ ਇਹ ਪਤਾ ਲੱਗ ਗਿਆ PIL ਹੈ ਜੀ। ਤੇ ਉਸ ਤੋਂ ਬਾਅਦ ਦੁਸ਼ਯੰਤ ਦਵੇ ਜੀ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਸਾਹਿਬ, ਜੀ ਜੀ ਉਹਨਾਂ ਨੂੰ ਵੀ ਮੈਂ ਡਾਕੂਮੈਂਟਸ ਭੇਜੇ ਜੀ। ਉਹ ਕਿਸਾਨਾਂ ਦੇ ਵੀ ਵਕੀਲ ਨੇ, ਅੱਜ ਉੱਥੇ ਪੇਸ਼ ਕਿਸਾਨਾਂ ਦੇ ਵਕੀਲ ਨੇ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ। ਤੁਸੀਂ ਦੇਖੋ ਨਾ ਸੁਪਰੀਮ ਕੋਰਟ ਬਾਰ ਐਸੋਸੀਏਸ਼ਨ ਅੱਜ ਤੱਕ ਕਦੇ ਐਦਾਂ ਨਹੀਂ ਸੀ ਆਈ ਸਾਹਮਣੇ। ਕਿੱਡਾ ਵੈਲਕਮ ਸਟੈਪ ਹੈ ਕਿ ਬਿਲਕੁਲ ਸ਼ਾਇਦ ਇਸ ਮੁਲਕ ਦੇ ਵਿੱਚ ਮੈਨੂੰ ਲੱਗਦਾ ਪਹਿਲੀ ਵਾਰ ਜਸਟਿਸ ਡਰਾਈਵ ਕਰਨਾ ਆ, ਉਹਨਾਂ ਨੂੰ ਲੱਗ ਰਿਹਾ ਕਿ ਕੁਝ ਬਹੁਤ ਗਲਤ ਹੋ ਰਿਹਾ। ਹਰ ਕਿਸੇ ਨੂੰ ਲੱਗ ਰਿਹਾ। ਬਿਲਕੁਲ। ਹੁਣ ਕੁਝ ਮੇਰੇ ਪ੍ਰੋਫੈਸਰ ਸਾਹਿਬ ਨੇ, ਮੈਂ ਨਾ ਇਸ ਲਈ ਨਹੀਂ ਲੈਣਾ ਚਾਹੁੰਦਾ ਕਿ ਮੈਂ ਉਹਨਾਂ ਦੀਆਂ ਮਜਬੂਰੀਆਂ ਨਾ ਵਧਾ ਦੇਵਾਂ ਜੀ। ਹੋ ਸਕਦਾ ਆ ਉਹ ਇਹੋ ਜਿਹੀ ਕੁਰਸੀ ਤੇ ਬੈਠੇ ਹੋਣ ਜਿੱਥੋਂ ਕਹਿ ਨਾ ਸਕਦੇ ਹੋਣ, ਪਰ ਅੰਦਰੋਂ ਮੈਨੂੰ ਦੁਆਵਾਂ ਵੀ ਦੇ ਰਹੇ ਨੇ, ਸਪੋਰਟ ਕੀਤੀ ਡਾਇਰੈਕਟਲੀ ਨਹੀਂ ਕਰ ਰਹੇ, ਇਨਡਾਇਰੈਕਟਲੀ ਸਪੋਰਟ ਕਰ ਰਹੇ ਨੇ, ਪਰਸਨਲ ਮੈਸੇजेस ਦੇ ਥਰੂ ਕਰ ਰਹੇ ਨੇ। ਤੇ ਹੁਣ ਅੱਗੇ ਕੀ ਹੈ, ਅੱਗੇ ਕੀ ਸਟੈਪ ਹੈ? ਜਿਹੜੀ ਪਟੀਸ਼ਨ ਸਵੀਕਾਰ ਕੀਤੀ ਹੈ ਉਹ ਤੇ ਸੁਣਵਾਈ ਕਦੋਂ ਹੋਣੀ ਹੈ, ਕੀ ਹੁਣ ਚੱਲ ਰਿਹਾ? ਦੇਖੋ ਕਰੋਨਾ ਦੇ ਦੌਰ ਕਰਕੇ ਹੋ ਸਕਦਾ ਵੀ ਟਾਈਮ ਲੱਗ ਜੇ ਥੋੜਾ ਜਿਹਾ, ਕਿਉਂਕਿ ਕੋਰਟ ਨਾਰਮਲ ਰੇਂਜ ਤੇ ਨਹੀਂ ਚੱਲ ਰਿਹਾ, ਥੋੜਾ ਸਲੋ ਚੱਲ ਰਿਹਾ। ਪਰ ਇਹ ਤਾਂ ਇੱਕ ਇੰਪੋਰਟੈਂਟ ਹੈ। ਬਟ ਇਹ ਕਿ ਮੈਂ ਪੁੱਛਿਆ ਸੀ, ਇਵਨ ਦੁਸ਼ਯੰਤ ਦਵੇ ਜੀ ਨੇ ਵੀ ਇਹ ਲਿਖਿਆ ਸੀ, ਆਈ ਡੋਨਟ ਨੋ ਵੈਨ Supreme Court will list it, but whenever Supreme Court will list it, I will be privileged to appear from your side. ਜੀ। ਤੇ ਅਸੀਂ ਉਮੀਦ ਕਰਦੇ ਹਾਂ ਕਿ ਜਿਵੇਂ ਅੱਜ ਵਾਲੀ ਜਿਹੜੀ ਚੀਜ਼ ਆ ਤੇ ਇਹ ਵੀ ਮਤਲਬ ਵੀ ਸੁਪਰੀਮ ਕੋਰਟ ਨੇ ਆਬਵੀਅਸ ਹੈ ਕਿ ਉਹਨਾਂ ਦੇ ਕੰਸਰਨ ਚ ਹੋਣਾ ਆ ਕਿ ਹਿਊਮਨ ਰਾਈਟਸ ਦੇ ਬੱਚੇ ਜਿਹੜੇ ਨੇ ਆਹਤ ਨੇ, ਦੁਖੀ ਨੇ। ਬਿਲਕੁਲ। ਤੇ ਅਸੀਂ ਬੜੇ, ਕਿਉਂਕਿ ਹਿਊਮੈਨਿਟੇਰੀਅਨ ਗਰਾਊਂਡਸ ਤੇ ਨਾ ਸਾਫ਼ ਇੱਕ ਅੱਜ ਸੁਪਰੀਮ ਕੋਰਟ ਨੇ ਉਹੀ ਗੱਲ ਕਹੀ ਹੈ ਤੇ ਮੈਨੂੰ ਲੱਗਦਾ ਉਹਨਾਂ ਨੂੰ ਇਸ ਚੀਜ਼ ਦੀ ਨੌਲੇਜ ਹੋਊਗੀ। ਤੁਸੀਂ ਕੀ ਸ਼ਬਦ ਕੀ ਲਿਖੇ ਸੀ ਜਿਹੜੇ ਕਿ ਸੁਪਰੀਮ ਕੋਰਟ ਦੇ ਜੱਜਾਂ ਨੂੰ ਉਹਨਾਂ ਨੇ ਪ੍ਰਭਾਵਿਤ ਕੀਤਾ? ਨਾਲ ਤੁਸੀਂ ਕੋਈ ਤਸਵੀਰਾਂ ਵੀ ਅਟੈਚ ਕੀਤੀਆਂ ਸੀ, ਕਿਵੇਂ ਤੁਸੀਂ ਉਹ ਪ੍ਰੈਜੈਂਟੇਸ਼ਨ? ਹਾਂਜੀ, ਅਸੀਂ ਬੜੇ ਹਿਊਮੈਨਿਟੇਰੀਅਨ ਗਰਾਊਂਡਸ ਤੇ ਕਿਹਾ ਸੀ ਕਿ ਅਸੀਂ ਨਹੀਂ ਜਾਣਦੇ ਤੁਹਾਡੇ ਤੇ ਬਰਡਨ ਜ਼ਿਆਦਾ ਜੁਡੀਸ਼ਰੀ ਦਾ, ਕਿ ਮੀਡੀਆ ਤੁਹਾਨੂੰ ਜਿਹੜਾ ਸ਼ੋਕੇਸ ਨਹੀਂ ਕਰ ਪਾ ਰਿਹਾ, ਕਿਉਂਕਿ ਮੈਂ ਹੈਰਾਨ ਆ, ਵਰਲਡ ਲੈਵਲ ਦੀ ਮੂਵਮੈਂਟ ਹੈ, ਮੀਡੀਆ ਨੂੰ ਜਿਸ ਤਰੀਕੇ ਨਾਲ ਦਿਖਾਣੀ ਚਾਹੀਦੀ ਹੈ ਕੁਝ ਸੈਂਟਰਲ ਮੀਡੀਆ ਹਾਊਸਿਸ ਨੂੰ ਉਸ ਤਰੀਕੇ ਨਾਲ ਨਹੀਂ ਦਿਖਾ ਰਹੇ। ਤੇ ਉਸ ਤੋਂ ਬਾਅਦ ਅਸੀਂ ਕਿਹਾ ਸੀਗਾ ਕਿ ਅਸੀਂ ਬੇਅਰ ਸਿਟੀਜ਼ਨਸ, ਅਸੀਂ ਹਿਊਮਨ ਰਾਈਟਸ ਵੀ ਨਹੀਂ ਆਪਦੇ ਆਪ ਨੂੰ ਕਿਹਾ ਸੀਗਾ, ਅਸੀਂ ਬੇਅਰ ਸਿਟੀਜ਼ਨਸ ਦੇ ਲੈਵਲ ਤੇ ਤੁਹਾਨੂੰ ਦੁਬਾਰਾ ਪਿਕਚਰ ਦਿਖਾਉਂਦੇ ਆ ਜੀ। ਅਸੀਂ ਆਖਿਆ ਕਿ 2-2.5 ਮਹੀਨੇ ਕਿਸਾਨਾਂ ਦਾ ਕੁਝ ਨਹੀਂ ਬਣਿਆ, ਸਿਰਫ ਆਪਦੀ ਵਲਨਰੇਬਿਲਿਟੀ ਸ਼ੋ ਕਰਦੇ ਰਹੇ, ਆਪਦੀ ਪੀੜ ਦਿਖਾਉਂਦੇ ਰਹੇ। ਫਿਰ ਉਹਨਾਂ ਨੇ ਦਿੱਲੀ ਦਾ ਰੁਖ ਕੀਤਾ ਤੇ ਦਿੱਲੀ ਦੇ ਰੁਖ ਨੂੰ ਖੱਟੜ ਗਵਰਨਮੈਂਟ ਨੇ ਕਿੱਡੇ ਗੰਦੇ ਤਰੀਕੇ ਦੇ ਨਾਲ ਕੁਚਲਿਆ। ਜੀ ਜੀ। ਮਤਲਬ ਇਹ ਖੱਟੜ ਹੋਣੀ ਕੋਈ ਜਲਿਆਂਵਾਲੇ ਬਾਗ ਦੇ ਦੌਰਾਨ ਵਾਲੇ ਬੰਦਿਆਂ ਦੇ ਵਾਰਸ ਨੇ ਕਿ ਇਸ ਮਿੱਟੀ ਚੋਂ ਪੈਦਾ ਹੋਏ ਨੇ। ਜੀ ਜੀ। ਤੇ ਉਹ ਗੱਲ ਦੁਬਾਰਾ ਛਿੜ ਪਈ ਭਗਤ ਸਿੰਘ ਦੀ ਕਿ ਭੂਰੇ ਰੰਗ ਦੇ ਵਿੱਚ ਜਿਹੜੇ ਅੰਗਰੇਜ਼ ਬੈਠੇ ਨੇ ਉਹਨਾਂ ਤੋਂ ਬਚ ਕੇ ਰਹਿਣਾ ਪੈਣਾ। ਬਿਲਕੁਲ ਬਿਲਕੁਲ। ਸੋ ਚਿੱਠੀ ਦੇ ਵਿੱਚ ਮਤਲਬ ਤੁਸੀਂ ਜ਼ਿਆਦਾਤਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਵਜੋਂ ਜਿਹੜੇ ਬਾਬਾ ਜੀ ਪੂਰੇ ਹੋ ਗਏ, ਹੁਣ ਤਾਂ 80+ ਡੈਥਸ ਹੋ ਚੁੱਕੀਆਂ, ਕਿਉਂਕਿ ਅਸੀਂ ਡਾਕੂਮੈਂਟੇਸ਼ਨ ਵੀ ਕਰ ਰਹੇ ਹਾਂ, ਅਸੀਂ UN ਤੱਕ ਵੀ ਜਾਵਾਂਗੇ। ਤੇ ਮੇਰੀ ਇੱਕ ਪੁਰਾਣੀ ਕੋਈ ਇੰਟਰਵਿਊ ਹੋਣੇ ਜਿਹੀ ਥੋੜੇ ਦਿਨਾਂ ਪਹਿਲਾਂ ਦੀ, ਉਹ ਮੈਨੂੰ ਕੈਨੇਡੀਅਨ ਕਮਿਊਨਿਟੀ ਦੇ ਬੰਦਿਆਂ ਦੇ ਪਰਸਨਲ ਮੈਸੇजेस ਆਏ ਨੇ, ਉੱਥੇ ਕਿਸੇ ਨੇ ਸ਼ੋਕੇਸ ਕੀਤੀ ਹੈ PM ਜਸਟਿਨ ਟਰੂਡੋ ਨੂੰ ਇਸੇ ਮਸਲੇ ਤੇ ਕਿਉਂਕਿ ਜਿੱਦਾਂ ਅਸੀਂ ਰੋਂਦੇ ਆ ਉਦਾਂ ਉੱਥੇ ਉਹ ਰੋਂਦੇ ਨੇ, ਉਹ ਥੋੜੇ ਜ਼ਿਆਦਾ ਬੇਵਸ ਫੀਲ ਕਰਦੇ ਨੇ ਜਿਹੜੇ ਬਾਹਰ ਨੇ। ਅੱਛਾ। ਕਿਉਂਕਿ ਆਉਣਾ ਤਾਂ ਅਸੀਂ ਇੱਥੇ ਹੀ ਚਾਹੁੰਦੇ ਆ ਨਾ, ਸਾਡੀਆਂ ਅੱਖਾਂ 'ਚ ਕਿਤੇ ਉਹ ਸੁਰਖਾਬ ਜਿਹਾ ਵਸਿਆ ਹੋਇਆ, ਪੰਜਾਬ ਜਿਹਾ ਵਸਿਆ ਹੋਇਆ। ਤੇ ਇਵਨ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ ਵੀ ਉਹ ਕੋਟ ਕੀਤੀ ਹੈ ਤੁਹਾਡਾ ਇੰਟਰਵਿਊ। ਤੁਸੀਂ ਦੇਖੋ ਅਸੀਂ ਬਜ਼ੁਰਗ ਬਾਬਾ ਜਿਹੜਾ ਪੂਰਾ ਹੋ ਗਿਆ, ਅਸੀਂ ਲਿਖਿਆ ਹੈ ਕਿ ਵੀ ਡੋਂਟ ਕੰਸੀਡਰ ਦਿਸ ਅ ਨੈਚੁਰਲ ਡੈਥ। ਤੇ ਅਸੀਂ ਇਸ ਕਹਿਣ ਦੇ ਵਿੱਚ ਬਿਲਕੁਲ ਗੁਰੇਜ਼ ਨਹੀਂ ਕਰਾਂਗੇ ਕਿ ਦੈਟ ਆ ਸਟੇਟ ਸਪਾਂਸਰਡ ਮਰਡਰ ਦੈਟ ਆ ਮਰਡਰਸ। ਬਿਲਕੁਲ। ਦੇ ਆ ਕਿਲਿੰਗ ਆ ਪੀਪਲ। ਬਿਲਕੁਲ। ਕੋਈ ਭੁੱਖ ਨਾਲ ਮਰ ਰਿਹਾ। ਹਾਂਜੀ। ਕੋਈ ਐਕਸੀਡੈਂਟ ਦੇ ਵਿੱਚ ਮਰ ਰਿਹਾ ਹੈ ਨਹੀਂ, ਉਹ ਅਗਲਾ ਸ਼ੋਕੇਸ ਕਰ ਰਹੇ ਆ ਕਿ ਤੁਸੀਂ ਸਾਡਾ ਸਭ ਛੱਡਤਾ। ਸਾਊਥ ਦੇ ਕਿਸਾਨ ਮੂੰਹ 'ਚ ਜਿੰਦੇ ਚੂਹੇ ਪਾ ਕੇ ਪ੍ਰਦਰਸ਼ਨ ਕਰ ਰਹੇ ਆ, ਖੋਪੜੀਆਂ ਪਾ ਕੇ ਕਰ ਰਹੇ ਆ। ਮਤਲਬ ਕਿਹੜੀ ਚੀਜ਼ ਹੈ ਵੀ ਇਹਨਾਂ ਨੂੰ ਦਿਖੂਗੀ। ਬਿਲਕੁਲ। ਸੋ ਗੁਰਮੋਹਨਪ੍ਰੀਤ, ਜਿਹੜਾ ਤੁਸੀਂ UNO ਦੀ ਹੁਣੇ ਗੱਲ ਕੀਤੀ ਹੈ, ਬਹੁਤ ਵੱਡੀ ਗੱਲ ਹੈ ਕਿ ਉੱਥੋਂ ਤੱਕ ਪਹੁੰਚਣ ਦੀ ਵੀ ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਤੁਸੀਂ ਡਾਕੂਮੈਂਟ ਡਰਾਫਟ ਕਰ ਲਿਆ ਹੈਗਾ, ਕਦੋਂ ਤੱਕ ਤੁਸੀਂ ਪਹੁੰਚ ਰਹੇ ਹੋ ਤੇ ਉੱਥੇ ਵੀ ਕੀ ਸੇਮ ਚਿੱਠੀ ਤੁਸੀਂ ਪਹੁੰਚਾਉਣੀ ਹੈ, ਕੀ ਐਂਗਲ ਨਾਲ ਜਾ ਰਹੇ ਹੋ? ਉਹਨਾਂ ਦਾ ਜੀ ਅਲੱਗ ਪ੍ਰੋਸੀਜਰ ਹੈ, ਉਹਨਾਂ ਦਾ ਕੰਪਲੇਂਟ ਪ੍ਰੋਸੀਜਰ ਹੁੰਦਾ ਆ ਆਫਿਸ ਆਫ ਹਾਈ ਕਮਿਸ਼ਨ ਫॉर ਰਿਫਿਊਜੀਜ਼ ਜੀ, ਤੇ ਇੱਕ ਉਹਨਾਂ ਦੀ ਐਂਟਰੀ ਹੁੰਦੀ ਹੈ ਥਰੂ ਸਪੈਸ਼ਲ ਰੈਪੋਰਟੀਅਰ। ਠੀਕ ਹੈ। ਅਸੀਂ ਦੋਨੋਂ ਵੇਸ ਦੇਖ ਰਹੇ ਹਾਂ। ਉਹਨਾਂ ਦੇ ਇੱਕ 9 ਪੈਰਾ ਪ੍ਰੋਗਰਾਮ ਹੁੰਦਾ ਆ, ਥੋੜਾ ਡਿਸਕ੍ਰਿਪਟਿਵ ਹੋਣਾ ਚਾਹੀਦਾ, ਏਜ ਕਿੰਨੀ ਹੈ, ਜੈਂਡਰ ਕਿੰਨਾ। ਤੇ ਆਫਟਰ ਆਲ ਅਸੀਂ ਹੈ ਤਾਂ ਇਨਸਾਨ ਆ, ਅਸੀਂ ਥੱਕ ਜਾਂਦੇ ਆ, ਅਸੀਂ ਲੱਗੇ ਹੋਏ ਆ ਉੱਥੇ, ਕਦੇ ਸਿੰਘੂ ਕਦੇ ਟੀਮ ਸਾਡੀ ਕੋਈ ਜ਼ਿਆਦਾ, ਮਤਲਬ ਕੁਝ ਬੰਦਿਆਂ ਦੀਆਂ ਆਪਦੀਆਂ ਮਜਬੂਰੀਆਂ ਨੇ ਕੋਵਿਡ ਕਰਕੇ, ਤੇ ਬਹੁਤ ਘੱਟ ਜਣੇ ਆ ਜਿਹੜੇ ਸਾਡੇ ਪ੍ਰੈਕਟੀਕਲ ਤਰੀਕੇ ਦੇ ਨਾਲ ਇਨਵੋਲਵ ਨੇ, ਪਿੱਠ ਨਾਲ ਪਿੱਠ ਢਾ ਕੇ ਖੜੇ ਨੇ। ਜੀ ਜੀ।
ਹਰ ਇੱਕ ਦੀ ਆਪਦੀ ਮਜਬੂਰੀ ਹੁੰਦੀ ਹੈ। ਬਿਲਕੁਲ ਤੁਸੀਂ ਇਹ ਕਹਿ ਸਕਦੇ ਆ ਕਿ ਕਰੋਨਾ ਦੇ ਦੌਰ ਦੇ ਵਿੱਚ ਇਕਨੋਮੀ ਦੀ ਬੈਕਬੋਨ ਵੀ ਭੰਨ ਦਿੱਤੀ ਹੈ ਇਸ ਗਵਰਨਮੈਂਟ ਨੇ। ਹਾਂ ਬਿਲਕੁਲ, ਤੇ ਡੇਲੀ ਕਿੰਨੇ ਕਰੋੜ ਦਾ ਮੇਰੇ ਨੁਕਸਾਨ ਵਰਗੇ ਕਿੰਨੇ ਆ ਜਿਹੜੇ ਆਪਦਾ ਸੈਲਫ ਰਿਲਾਇੰਟ ਸੀਗੇ, ਬਟ ਮਤਲਬ ਜਿਹਨੂੰ ਸੈਲਫ ਰਿਲਾਇੰਟ ਇੰਡੀਆ ਕਿਹਾ ਜਾਂਦਾ ਹੈ, ਆਤਮ ਨਿਰਭਰ, ਅਸੀਂ ਡਿਰੇਲ ਹੋ ਗਏ ਆ। ਅਸੀਂ ਹੁਣ ਕੁਝ ਨਹੀਂ ਕਰ ਪਾ ਰਹੇ ਜੀ। ਈਵਨ ਜਿੱਥੇ ਮੈਂ ਰਹਿਣਾ, ਮੇਰਾ ਹੋਮ ਟਾਊਨ, ਮੇਰੇ ਪੇਰੈਂਟਸ, ਸਭ ਕੁਝ ਦੇਖਣਾ ਪੈਂਦਾ ਸਾਨੂੰ। ਅੱਛਾ। ਕਿਉਂਕਿ ਅਸੀਂ ਮੱਧ ਵਰਗ ਆ। ਸਾਡੀਆਂ ਅੱਖਾਂ 'ਚ ਸੁਪਨੇ ਬਹੁਤ ਹੁੰਦੇ ਨੇ, ਬਿਲਕੁਲ, ਬਟ ਸਾਡੀਆਂ ਅੱਖਾਂ 'ਚ ਸਮਝੌਤੇ ਹੁੰਦੇ ਨੇ ਉਹ ਤੋਂ ਜ਼ਿਆਦਾ। ਤੇ ਅਸੀਂ ਫਿਰ ਜਦੋਂ ਹੁਣ ਕੋਸ਼ਿਸ਼ ਕਰਦੇ ਆ ਬੈਕ ਆਊਟ, ਤੇ ਮੈਂ ਜਿਹੜੇ ਮੇਰੇ ਨਾਲ ਦੇ ਪ੍ਰੋਪਰ ਐਕਟਿਵਲੀ ਸਪੋਰਟ ਨਹੀਂ ਕਰ ਪਾ ਰਹੇ, ਮੈਂ ਉਹਨਾਂ ਦਾ ਦਰਦ ਸਮਝ ਸਕਦਾ ਜੀ। ਤੇ ਅਸੀਂ ਚਲੋ ਮਹਾਰਾਜ ਦੇ ਅੱਗੇ ਸੰਤਾਂ ਇਹ ਲੱਗ ਰਿਹਾ ਵੀ ਕੁਛ ਕਰ ਜੀਏ, ਤਾਂ ਕਿ ਆਪਦਾ ਜਿਹੜਾ ਅੰਦਰ ਦਾ ਜ਼ਮੀਰ ਹੈ ਉਹ ਰੋਜ਼ ਹਲੂਣੇ ਨਾ ਮਾਰੇ। ਬਿਲਕੁਲ ਬਿਲਕੁਲ, ਕਿ ਡਿਗਰੀਆਂ ਸਿਰਫ ਮੋਢੇ ਤੇ ਲਾਉਣ ਨੂੰ ਲਈਆਂ, ਫੀਤੀਆਂ ਲਈਆਂ, ਬਿਲਕੁਲ, ਤੇ ਜਸਟਿਸ ਡਿਲੀਵਰ ਕਰ ਜੀਏ। ਸੋ ਇਹ ਜਿਹੜਾ ਯੂਐਨਓ ਦੇ ਵਿੱਚ ਤੁਸੀਂ ਜਾਣਾ ਹੈਗਾ ਜਾਂ ਫਿਰ ਕੋਰਟ ਦੇ ਵਿੱਚ, ਕਿੰਨੀ ਕਾਸ ਹੈ ਤੁਹਾਨੂੰ ਕਿ ਇਸ ਸੰਘਰਸ਼ ਨੂੰ ਤੁਸੀਂ ਕਿੰਨੀ ਕੁ ਮਜ਼ਬੂਤੀ ਦੇ ਪਾਓਗੇ ਜਾਂ ਇਨਸਾਫ ਦਿਵਾ ਪਾਓਗੇ? ਦੇਖੋ, ਮੈਨੂੰ ਆਸ ਇਹਨਾਂ ਇੰਸਟੀਟਿਊਸ਼ਨਸ ਦੇ ਵਜੂਦ ਤੋਂ ਹੈਗੀ ਆ। ਇਹ ਕ੍ਰੀਏਟ ਹੀ ਕਿਉਂ ਹੋਈਆਂ ਇੰਸਟੀਟਿਊਸ਼ਨਸ? ਟੂ ਮੇਕ ਦਿਸ ਵਰਲਡ ਅ ਬੈਟਰ ਪਲੇਸ। ਇੱਕ ਬਾਰਬਰਿਕ ਸੋਸਾਇਟੀ ਹੈ ਜਿਹੜੀ, ਉਹਨੂੰ ਟੇਮ ਕਰਨ ਵਾਸਤੇ, ਜੀ ਜੀ, ਉਸੇ ਵਾਸਤੇ ਹੋਈਆਂ ਨੇ ਨਾ ਇੰਸਟੀਟਿਊਸ਼ਨਸ। ਤੇ ਇੱਕ ਲੈਟਿਨ ਫਰੇਜ਼ ਹੈ, ਨੈਮੋ ਡੈਟ ਕਿਊਡ ਨੋਨ ਹੈਬਿਟ, ਨੋ ਵਨ ਕੈਨ ਗਿਵ ਅ ਬੈਟਰ ਟਾਈਟਲ ਦੈਨ ਹੀ ਹਿਮਸੈਲਫ ਹੈਜ਼। ਜੀ। ਤੇ ਇਹਨਾਂ ਦਾ ਜੇ ਟਾਈਟਲ ਹੀ ਡਿਲੀਵਰ ਨਾ ਕਰ ਸਕੀਆਂ, देयर वेरी रीजन ऑफ एग्जिस्टेंस दे आर हेयर फॉर, फिर ਇਹਨਾਂ ਦੇ ਵਜੂਦ ਤੇ ਵੀ ਸ਼ੱਕ ਪੈਦਾ ਹੋਏਗਾ ਸਾਡੇ ਵਰਗਿਆਂ ਦਾ। ਓਬਵੀਅਸਲੀ ਮੇਰਾ ਨਹੀਂ, ਹਰ ਕਿਸੇ ਦਾ ਹੋਊਗਾ, ਹਰ ਕਿਸੇ ਦਾ ਹੋਏਗਾ। ਹਾਂ, ਕਿਉਂਕਿ ਤੁਸੀਂ ਜਦੋਂ ਜਸਟਿਸ ਵਾਲੀ ਥਾਂ ਤੋਂ ਜਸਟਿਸ ਨਹੀਂ ਲੈਂਦੇ, ਨਹੀਂ ਲੈ ਪਾਉਂਦੇ, ਤੁਹਾਡੇ ਮਨ ਤੇ ਸੱਟ ਲੱਗਦੀ ਹੈ, ਭਰੋਸਾ ਉੱਠ ਜਾਂਦਾ ਹੈ। ਭਰੋਸਾ ਤੁਸੀਂ ਇਹ ਦੇਖੋ ਨਾ, ਅਸੀਂ ਫਿਜ਼ੀਕਲ ਹੈਲਥ ਦੇਖ ਰਹੇ ਹਾਂ, ਇੰਡੀਆ ਦੇ ਵਿੱਚ ਮੈਂਟਲ ਹੈਲਥ ਇੱਕ ਬੜਾ ਵੱਡਾ ਇਸ਼ੂ ਹੈ। ਹਾਂਜੀ, ਕਈ ਬਾਲੀਵੁੱਡ ਐਕਟਰਸ ਅੱਗੇ ਆਏ ਸੀਗੇ। ਤੁਸੀਂ ਦੇਖੋ, ਸੁਸ਼ਾਂਤ ਸਿੰਘ ਰਾਜਪੂਤ ਹੈ, ਸਾਨੂੰ ਬੜਾ ਦਰਦ ਹੋਇਆ ਉਹਨੂੰ। ਆਪਾਂ ਬਾਅਦ ਹੁਣ ਅਸੀਂ ਕੁਝ ਕਮੈਂਟ ਨਹੀਂ ਕਰ ਸਕਦੇ ਕਿਉਂਕਿ ਕੋਰਟ ਦੀ ਇੰਟਰਵੀਅਰਿੰਗ ਹੈ, ਕਿ ਪਤਾ ਨਹੀਂ ਮੈਂਟਲ ਹੈਲਥ ਸੀ ਕਿ ਕੀ ਸੀ। ਬਟ ਇੱਕ ਚੀਜ਼ ਹੈ, ਜਿਸ ਤਰੀਕੇ ਨਾਲ ਇਹਨਾਂ ਨੇ ਉਸ ਚੀਜ਼ ਨੂੰ ਮਤਲਬ ਸੈਂਸੇਸ਼ਨਲਾਈਜ਼ ਕੀਤਾ, ਹਾਂ, ਸਾਡੇ ਵੀ ਤਾਂ ਬਾਬਾ ਜੀ ਉੱਦਾਂ ਗਏ ਨਾ। ਹਾਂ ਬਿਲਕੁਲ, ਇੱਥੇ ਵੀ ਤਾਂ ਜਿਹੜੇ ਲੋਕ ਹੁਣ ਖੁਦਕੁਸ਼ੀ ਕਰ ਗਏ ਨੇ, ਜਿਹੜੇ ਸੁਸਾਈਡ ਕਰਦੇ ਨੇ ਚਿੱਠੀ ਲਿਖ ਕੇ, ਤੇ ਉਹਨਾਂ ਦਾ ਮੈਂਟਲ ਹੈਲਥ ਵਿੱਚ ਸੁੱਤੇ ਪਏ ਨੇ। ਫੋਰਥ ਪਿਲਰ ਹੈ ਮੀਡੀਆ ਡੈਮੋਕ੍ਰੇਸੀ ਦਾ। ਬਿਲਕੁਲ। ਸੋ ਜਿਹੜਾ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਵੀ ਇਹ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਅੱਗੇ ਸੁਣਵਾਈ ਕਦੋਂ ਹੋਣੀ ਹੈ, ਇਹਦੇ ਬਾਰੇ ਕੀ ਅਪਡੇਟ ਹੈ? ਕੋਈ ਤੁਹਾਨੂੰ ਸੁਨੇਹਾ ਮਿਲਿਆ ਹੈ ਕਦੋਂ ਤੱਕ ਹੋ ਸਕਦਾ? ਨਹੀਂ, ਇਹ ਇੱਕੋ ਦਮ ਹੀ ਮੈਸੇਜ ਆਊਗਾ, ਜਿਵੇਂ ਆਊਗਾ ਮੈਂ ਮੀਡੀਆ ਆਊਟ ਕਰ ਦੂੰਗਾ ਜੀ। ਤੇ ਅੱਜ ਦੀ ਜਿਹੜੀ ਚੀਜ਼ ਹੈ, ਇਹ ਵੀ ਮੈਨੂੰ ਇਹ ਲੱਗਦਾ ਕਿ ਸੁਪਰੀਮ ਕੋਰਟ ਕੋਲ ਸੰਗਿਆਨ ਜਾ ਚੁੱਕਿਆ ਆ, ਜਿਹੜਾ ਉਹਨਾਂ ਨੇ ਸੰਗਿਆਨ ਲੈ ਲਿਆ। ਤੇ ਕਿਉਂਕਿ ਅਸੀਂ ਸਿੱਧਾ ਅਸੀਂ ਫਾਰਮ ਲਾਜ਼ ਨੂੰ ਵੀ ਸਾਨੂੰ ਲੱਗਿਆ ਕਿ ਸਾਡੇ ਬਾਬੇ ਬੈਠੇ ਨੇ, ਤੇ ਪਹਿਲਾਂ ਕੋਰਟ 'ਚ ਨਹੀਂ ਜਾਣਾ ਚਾਹੁੰਦੇ ਸੀਗੇ ਕੁਝ ਇਹੋ ਜਿਹੀਆਂ ਜਿਆਣੀ ਵਰਗਿਆਂ ਦੀਆਂ ਬਿਆਨਾਂ ਕਰਕੇ, ਤੇ ਇਹੋ ਜਿਹੇ ਲੋਕਾਂ ਕਰਕੇ ਸ਼ਾਇਦ ਕੋਰਟ 'ਚ ਨਹੀਂ ਜਾਣੇ ਚਾਹੁੰਦੇ ਲੋਕ, ਕਿਉਂਕਿ ਇਹ ਕੀ ਫੀਲ ਕਰਾਉਂਦੇ ਆ ਲੋਕਾਂ ਨੂੰ ਕਿ ਅਸੀਂ ਬਹੁਤ ਪਾਵਰਫੁਲ ਆ, ਅਸੀਂ ਕੋਰਟ 'ਚੋਂ ਵੀ ਜਿੱਤ ਕੇ ਆ ਜਾਾਂਗੇ, ਤੇ ਤੁਸੀਂ ਸਬਰ ਸੰਤੋਖ ਨਾਲ ਭਾਵੇਂ ਕਹਿ ਰਹੇ ਹੋ ਵੀ ਅਸੀਂ ਹਰ ਸਹਿਯੋਗ ਕਰਨ ਲਈ ਤਿਆਰ ਹਾਂ, ਬਿਲਕੁਲ ਤੁਹਾਡੇ ਸਹਿਯੋਗ ਨੂੰ ਅਸੀਂ ਹਾਰਨ ਲਈ ਮਜਬੂਰ ਕਰਾਂਗੇ। ਜੀ ਜੀ, ਇਹੀ ਕਹਿ ਰਿਹਾ ਨਾ ਸੁਦੀਪ। ਬਿਲਕੁਲ, ਇਹ ਐਟੀਟਿਊਡ ਹੈ ਸਰਕਾਰ ਦਾ। ਸੋ ਜਿਵੇਂ ਤੁਸੀਂ ਇਹ ਸੁਪਰੀਮ ਕੋਰਟ ਤੋਂ ਜੋ ਸੁਨੇਹਾ ਆਇਆ, ਸਾਰੇ ਕਿਤੇ ਖਬਰ ਜਿਹੜੀ ਫੈਲੀ ਹੈ, ਤਾਂ ਜਿਹੜੇ ਕਿਸਾਨ ਲੀਡਰ ਨੇ ਅਗਵਾਈ ਕਰ ਰਹੇ ਨੇ, ਸਰਕਾਰ ਦੇ ਨਾਲ ਮੀਟਿੰਗਾਂ ਕਰ ਰਹੇ ਨੇ, ਉਹਨਾਂ ਦੇ ਨਾਲ ਕੋਈ ਗੱਲਬਾਤ ਹੋਈ? ਉਹਨਾਂ ਨੇ ਪਰਸਨਲ ਟੱਚ ਦੇ ਵਿੱਚ ਆ ਕਿਸਾਨ ਲੀਡਰਾਂ ਦੇ ਨਾਲ। ਤੁਸੀਂ ਬਲਦੇਵ ਸਿੰਘ ਸਿਰਸਾ ਜੀ ਦੀ ਗੱਲ ਕਰ ਲਓ, ਸੁਰਜੀਤ ਸਿੰਘ ਫੂਲ ਜੀ ਦੀ ਗੱਲ ਕਰ ਲਓ, ਈਵਨ ਡਾਕਟਰ ਦਰਸ਼ਨਪਾਲ ਜੀ ਨੂੰ ਵੀ ਪਤਾ ਹੈ। ਅੱਛਾ, ਤੇ ਉਹ ਕੀ ਕਹਿੰਦੇ ਨੇ? ਉਹਨਾਂ ਨੇ ਤੁਹਾਨੂੰ ਕਿਵੇਂ ਐਪਰੀਸ਼ੀਏਟ ਕੀਤਾ? ਜਿੱਦਾਂ ਦੀ ਸਾਡੀ ਉਮੀਦ ਹੈ, ਤੇ ਉਹਨਾਂ ਨੂੰ ਚੰਗਾ ਲੱਗਦਾ ਨੌਜਵਾਨੀ ਅੱਗੇ ਖੜੀ ਆਪਦੇ ਬਾਬਿਆਂ ਦੇ ਨਾਲ ਨਾਲ ਪਿੱਠ ਢਾ ਕੇ, ਤੇ ਡਾਕੂਮੈਂਟੇਸ਼ਨ ਹੋ ਰਹੀ ਹੈ, ਪੇਪਰ ਵਰਕ ਹੋ ਰਿਹਾ ਹੈ। ਐਟਲੀਸਟ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਡੀਆਂ ਜਾਣਨਗੀਆਂ ਕਿ ਸਾਡੇ ਕੋਲ ਜਿਹੜੀ ਬਣਦੀ ਕੋਸ਼ਿਸ਼ ਸੀਗੀ, ਅਸੀਂ ਹਰ ਕੋਸ਼ਿਸ਼ ਕੀਤੀ ਜੀ। ਹੁਣ ਕੁਝ ਲੋਕੀ ਐਗਰੈਸ਼ਨ ਦੇ ਵਿੱਚ ਆ ਗਏ ਨੇ, ਜਿਹੜਾ ਕਿ ਹੋਣਾ ਬਣਦਾ। ਕਿਉਂਕਿ ਮੈਂ ਪੁੱਛਦਾ ਜਿਆਣੀ ਨੂੰ ਵੀ ਤੇਰਾ ਜਵਾਨ ਪੁੱਤ ਮਰ ਗਿਆ 21 ਸਾਲ ਦਾ, ਫਿਰ ਵੀ ਤੂੰ ਏਦਾਂ ਹੀ ਕਹੇਗਾ ਅਸੀਂ ਜਿੱਤਾਂਗੇ? ਤੇਰਾ ਬਾਬਾ ਮਰ ਗਿਆ ਉੱਥੇ, ਕੋਈ ਪੂਰਾ ਹੋ ਗਿਆ ਠੰਡ ਦੇ ਨਾਲ, ਫਿਰ ਤੂੰ ਵੀ ਏਦਾਂ ਕਹੇਗਾ? ਲਾਹਨਤ ਹੈ ਇੱਕ ਲਫ਼ਜ਼। ਬਿਲਕੁਲ, ਲਾਹਨਤ ਹੈ, ਸਿੱਧਾ ਸੈਂਸਿਟੀਵਿਟੀ ਹੋਣੀ ਚਾਹੀਦੀ ਹੈ ਇਸ ਮਸਲੇ ਦੀ। ਕਿਹੜੀ ਸੈਂਸਿਟੀਵਿਟੀ? ਮੈਨੂੰ ਤਾਂ ਸਮਝ ਨਹੀਂ ਆਉਂਦਾ ਵੀ ਇਸੇ ਮਿੱਟੀ 'ਚ ਜੰਮੇ ਨੇ। ਇਹ ਬੜਾ ਲੋਕਾਂ ਦੇ ਵਿੱਚ ਕਰਦੇ ਨੇ ਜੀ, ਅਸੀਂ ਖੇਤੀਬਾੜੀ ਕਰਦੇ ਆ, ਮੈਂ ਇਹ ਕਰਦਾ, ਮੈਂ ਉਹ ਕਰਦਾ। ਹਾਂ ਬਿਲਕੁਲ, ਮਤਲਬ ਐਡੇ ਵੱਡੇ ਸਿੰਗਰ ਕਈ ਆਪਦਾ ਬਣਾ ਰਹੇ ਨੇ ਇੱਥੇ। ਇੱਕ ਦਲੇਰ ਮਹਿੰਦੀ, ਮੈਂ ਗਾਜਰਾਂ ਮੂਲੀਆਂ ਲਾ ਰਿਹਾ, ਮੈਂ ਕਿਸਾਨ ਆ, ਮੈਂ ਕਹੀ ਕਿਆ ਬਾਤ ਹੈ ਜੀ। ਇੱਥੇ ਫਾਇਦੇ ਸਮਝਾ ਰਹੇ ਨੇ ਗਾਜਰਾਂ ਮੂਲੀਆਂ ਲਾਉਣ ਵਾਲੇ ਕਿਸਾਨਾਂ ਨੂੰ। ਸੋ ਗੁਰਮੋਹਨਪ੍ਰੀਤ, ਤੁਸੀਂ ਉਹਨੇ ਕਿਹਾ ਸੀ ਕਿ ਤੁਸੀਂ ਲਿਖਦੇ ਵੀ ਹੈਗੇ ਹੋ ਇਸ ਸੰਘਰਸ਼ ਦੇ ਬਾਰੇ, ਤੁਸੀਂ ਕੋਈ ਪੋਇਮ ਰੂਪ ਦੇ, ਕਵਿਤਾ ਰੂਪ ਦੇ ਵਿੱਚ ਜਾਂ ਕੁਝ ਵੀ ਲਿਖਿਆ ਹੈ ਜਿਹੜਾ ਤੁਸੀਂ ਸੁਣਾਉਣਾ ਚਾਹੋਗੇ?
ਦਰਸ਼ਕਾਂ ਨੂੰ ਆਪਣਾ ਮਤਲਬ ਆਪਣਾ ਦਰਦ ਹੈ ਜਿਹੜਾ ਸ਼ਬਦਾਂ ਰਾਹੀਂ ਤੁਸੀਂ ਬਿਆਨ ਕਰਨਾ ਚਾਹੋਗੇ? ਇਸ ਤੋਂ ਪਹਿਲਾਂ ਪਿਛਲੀ ਇੰਟਰਵਿਊ 'ਚ ਸੀਗਾ ਇੱਕ 47 ਦੇ ਉੱਤੇ ਮੈਂ ਲਿਖਿਆ ਸੀ, 47 ਤੋਂ 84 ਤੋਂ, ਉਹ ਉੱਥੇ ਸੁਣ ਸਕਦੇ ਆ ਸਾਰੇ। ਮੈਂ ਕੁਝ ਨਵਾਂ ਸੁਣਾਉਣਾ। ਜੀ ਜੀ। ਫਿਰ ਮੈਂ ਪੋਹ ਦੇ ਉੱਤੇ ਲਿਖਿਆ ਸੀ ਸਾਡਾ ਸ਼ਹਾਦਤ ਦਾ ਮਹੀਨਾ ਜੀ, ਅਸੀਂ ਹਾਰਦੇ ਨਹੀਂ। ਮੈਂ ਇੰਸਟਾਗ੍ਰਾਮ ਤੇ ਹੈਗਾ ਆਈ ਐਮ ਗੁਰਮੋਹਨ ਦੇ ਨਾਂ ਤੇ। ਜੀ ਜੀ। ਉਹ ਸਟੇਜ ਤੋਂ ਸਾਰੀਆਂ ਵੀਡੀਓਜ਼ ਵਾਇਰਲ ਨੇ, ਉੱਥੇ ਮੈਂ ਇੰਸਟਾ ਤੇ ਪਾਈਆਂ। ਮੈਂ ਅੱਜ ਤੁਹਾਨੂੰ ਕੁਝ ਨਵਾਂ ਸੁਣਾਉਣਾ। ਜੀ। ਮੈਂ ਲਿਖਿਆ ਸੀ ਕਿਰਸਾਨ ਦੇ ਬਿੰਬ ਤੋਂ ਲਿਖਿਆ ਸੀ। ਅਕਸਰ ਰੁੱਲਦਾ ਹਾਂ ਕਿ ਜੋ ਅਕਸਰ ਰੋਲਿਆ ਜਾਂਦਾ ਹਾਂ, ਅਕਸਰ ਰੁੱਲਦਾ ਹਾਂ ਕਿ ਜੋ ਅਕਸਰ ਰੋਲਿਆ ਜਾਂਦਾ ਹਾਂ, ਮੈਂ ਆਪਣੀ ਹਰ ਪੀੜ ਤੇ ਹਰ ਚੀਜ਼ ਤੇ ਕਿੱਥੇ ਫਰੋਲਿਆ ਜਾਂਦਾ ਹਾਂ। ਮੈਂ ਤਾਂ ਧਰਤੀ ਨੂੰ ਵੀ ਸ਼ਿਕਾਇਤ ਨਹੀਂ ਕਰ ਸਕਦਾ, ਮੈਂ ਤਾਂ ਅਸਮਾਨ ਨੂੰ ਵੀ ਸ਼ਿਕਵਾ ਨਹੀਂ ਕਰ ਸਕਦਾ। ਪਤਾ ਨਹੀਂ ਮੈਨੂੰ ਸਮਝ ਨਹੀਂ ਆਉਂਦੀ ਮੈਂ ਕਿਹੇ ਜਿਹੀ ਕਮਸਾਨ ਹਾਂ। ਓਏ ਮੈਂ ਕਿਸਾਨ ਹਾਂ। ਬਹੁਤ ਵੱਡੀ ਕਵਿਤਾ, ਜਲਦੀ ਲੈ ਕੇ ਆਵਾਂਗੇ। ਜੀ ਜੀ। ਕਿਉਂਕਿ ਸਾਡਾ ਇੱਕ ਰੈਵੋਲੂਸ਼ਨ ਆ ਰਿਹਾ, ਸਾਡਾ ਰੈਨੇਸੋਂ ਆ ਰਿਹਾ, ਜੋ ਇਟਲੀ ਨੇ ਉਦੋਂ ਵਿਟਨੈਸ ਕੀਤਾ ਸੀ, ਸਾਡੇ ਸਿੰਘੂ ਤੀਕਰੀ ਸ਼ਾਹਜਹਾਂਪੁਰ ਹੁਣ ਵਿਟਨੈਸ ਕਰ ਰਹੇ ਨੇ, ਸਾਡੇ ਆਰਟਿਸਟ ਅੱਗੇ ਆ ਰਹੇ ਨੇ। ਔਰ ਇਹ ਕਵਿਤਾਵਾਂ ਉਦੋਂ ਜਨਮ ਲੈਂਦੀਆਂ ਜਦੋਂ ਤੁਸੀਂ ਕਿਸੇ ਬਾਬੇ ਨੂੰ ਮਿਲਦੇ ਹੋ ਜਿਹਦੇ ਟਾਂਕੇ ਲੱਗੇ ਹੋਏ ਆ, ਕਿਸੇ ਬਾਬੇ ਨੂੰ ਮਿਲਦੇ ਹੋ ਜਿਹਦੇ ਉਂਗਲਾਂ ਤੇ ਜ਼ਖਮ ਨੇ, ਬੇਬੇ ਨੂੰ ਮਿਲਦੇ ਹੋ ਜਿਹਨੂੰ ਤੁਸੀਂ ਉਹ ਕਹਿੰਦੀ ਆ ਇੱਕ ਵੀ 100 ਰੁਪਏ ਦੀ ਦਿਹਾੜੀ ਤੇ ਆ ਗਈ। ਬਿਲਕੁਲ। ਸਾਡੀਆਂ ਮਾਵਾਂ ਭੈਣਾਂ ਬਾਰੇ ਬੋਲਿਆ ਜਾਂਦਾ। ਹਾਲਾਤਾਂ ਦੇ ਵਿੱਚੋਂ ਹੀ ਸ਼ਬਦ ਜਨਮ ਲੈਂਦੇ ਨੇ ਤੇ ਅੰਦਰ ਦੇ ਸਿਸਟਮ ਚੋਂ ਵੀ ਬੜੀ ਸਪੋਰਟ ਆ ਰਹੀ ਹੈ। ਉਹ ਹੁਣ ਮੈਂ ਨਾਂ ਨਹੀਂ ਡਿਸਕਲੋਜ਼ ਕਰ ਸਕਦਾ। ਉਹ ਕਹਿੰਦੇ ਪੁੱਤਰਾ ਪੋਹ ਦਾ ਮਹੀਨਾ ਸੀ, ਹਾਰਦੇ ਨਹੀਂ, ਪਿੱਛੇ ਨਾ ਹਟੀ। ਕਿਉਂਕਿ ਕੋਈ ਨਹੀਂ ਚਾਹੁੰਦਾ ਵੀ ਇੱਕ ਬਣਤਰ ਹੋਵੇ, ਇੱਕ ਕੱਪੜੇ ਹੋਣ, ਇੱਕ ਰੰਗਤ ਹੋਵੇ। ਜੀ ਜੀ ਜੀ। ਸਾਨੂੰ ਡਾਈਵਰਸਿਟੀ ਪਸੰਦ ਹੈ ਜੀ, ਤੇ ਹਰ ਭਾਈਚਾਰਾ ਅੱਗੇ ਆ ਰਿਹਾ, ਸਾਨੂੰ ਪਿਆਰ ਵਧੀਆ ਲੱਗਦਾ। ਬਿਲਕੁਲ। ਔਰ ਮੈਂ ਇਮੋਸ਼ਨਲ ਹੋ ਜਾਂਦਾ ਏਦਾਂ ਏਦਾਂ ਦੇ ਵੀਡੀਓਜ਼ 'ਚ ਮੈਸੇजेस ਆਉਂਦੇ ਆ ਵੀ ਵੀਰੇ ਆਈ ਹਿੰਦੂ ਵੀਰ ਆ, ਅਸੀਂ ਸ਼ਰਮਿੰਦਾ ਆ, ਇਸ ਵਾਰੀ ਸਾਡੀ ਸ਼ਹੀਦੀ ਪਹਿਲਾਂ ਹੋਊਗੀ। ਤੇ ਇਹਨੂੰ ਧਰਮ ਦੀ ਰੰਗਤ ਨਾਲ ਨਾ ਜੋੜੋ। ਬਿਲਕੁਲ, ਕਿਉਂਕਿ ਮਸਲਾ ਕਿਸਾਨੀ ਦਾ, ਮਸਲਾ ਅੰਨ ਦਾ, ਜਿਹਨੂੰ ਸਾਰੇ ਖਾਂਦੇ ਨੇ। ਤੇ ਹਰ ਧਰਮ ਹੈ ਇੱਥੇ। ਧਰਮ ਤੋਂ ਪਰਾਂ ਜਿਹੜੇ ਧਰਮ ਨੂੰ ਨਹੀਂ ਮੰਨਦੇ ਉਹ ਵੀ ਤਾਂ ਇੱਥੇ ਹੀ ਨੇ। ਬਿਲਕੁਲ। ਜਿਨ੍ਹਾਂ ਨੂੰ ਆਪਾਂ ਐਥੀਸਟ ਕਹਿ ਦਿੰਦੇ ਆ। ਇਨਕਲਾਬ ਤਾਂ ਉਹਨਾਂ ਦੇ ਅੰਦਰ ਵੀ ਉਨਾ ਹੀ ਉਗਦਾ ਜਿੰਨਾ ਸਾਡੇ ਉਗਦਾ। ਬਿਲਕੁਲ। ਵੀ ਆਰ ਨੋਟ ਲੈਫਟ, ਵੀ ਆਰ ਨੋਟ ਰਾਈਟ ਜੀ, ਵੀ ਆਰ ਜਸਟ ਓਪਰੈਸਡ ਐਂਡ ਵੀ ਵਿਲ ਫਾਈਟ ਜੀ, ਵੀ ਆਰ ਫਾਰਮਰਸ ਜੀ। ਬਿਲਕੁਲ। ਸੋ ਗੁਰਮੋਹਨਪ੍ਰੀਤ, ਆਖਰੀ ਸਵਾਲ ਮੈਂ ਪੁੱਛੂੰਗੀ ਤੇ ਤੁਸੀਂ ਜਿਹੜਾ ਸੰਘਰਸ਼ ਦੇ ਵਿੱਚ ਡਟੇ ਹੋਏ ਹੋ ਤੇ ਕਦੋਂ ਤੱਕ ਇਸ ਸੰਘਰਸ਼ ਦੇ ਵਿੱਚ ਰਹਿਣ ਦਾ ਤੁਸੀਂ ਸਿਰੜ ਰੱਖਦੇ ਹੋ? ਦੇਖੋ ਜੀ, ਇਹ ਤਾਂ ਜ਼ਿੰਦਗੀ ਦਾ ਹੀ ਟੀਚਾ ਲੈ ਕੇ ਚੱਲੇ ਸੀਗੇ, ਆਪਦੀਆਂ ਬਾਬੇ ਦੀਆਂ ਪੈੜਾਂ ਤੇ ਆ ਕਿ ਬਰਦਾਸ਼ਤ ਨਹੀਂ ਕਰਨਾ ਵਧੀਕੀ। ਤੇ ਐਵੇਂ ਸਿਰ ਤੇ ਪੱਗ ਵੀ ਵੱਜੀ ਆ, ਦਾੜਾ ਵੀ ਰੱਖਿਆ, ਸ਼ੀਸ਼ੇ 'ਚ ਸ਼ਕਲ ਦੇਖਣ ਲੱਗਿਆ ਸ਼ਰਮ ਨਾ ਆਵੇ। ਇਹ ਸਰਦਾਰੀ ਮਹਿਜ਼ ਮੁੱਛ ਮਰੋੜੇ ਤੱਕ ਤੇ ਕੁੜਤੇ ਪਜਾਮਿਆਂ ਤੱਕ ਸੀਮਤ ਨਾ ਰਹਿ ਜਾਵੇ। ਇਹੀ ਚੀਜ਼ ਹੈ, ਅੰਦਰੋਂ ਆਵਾਜ਼ ਆਉਂਦੀ ਹੈ ਇੱਕ ਜੀ। ਆਹੀ ਕੁਛ ਨਹੀਂ ਕਰਦੇ, ਅਰਦਾਸ ਕੀਤੀ ਸੀ ਬਸ ਇੱਕ। ਉਹ ਤੋਂ ਬਾਅਦ ਮਹਾਰਾਜ ਨੇ ਜਰੀਆ ਬਣਾਤਾ। ਹਰ ਕੋਈ ਅੱਗੇ ਪਿੱਠ ਨਾਲ ਪਿੱਠ ਢਾ ਕੇ ਖੜਿਆ ਜੀ। ਹਰ ਕੋਈ ਨਵੇਂ ਤਰੀਕੇ ਦਾ ਇਨਕਲਾਬ ਸਿਰਜ ਰਿਹਾ। ਕੋਈ ਲਿਖ ਰਿਹਾ, ਕੋਈ ਸਕੈਚ ਬਣਾ ਰਿਹਾ, ਤੁਸੀਂ ਜਰਨਲਿਜ਼ਮ ਦੇ ਥਰੂ ਕਰ ਰਹੇ ਆ। ਤੇ ਇੱਕ ਟਰਾਈ ਚੇਅਰ ਤੇ ਬੰਦਾ ਆ ਗਿਆ, ਉਹ ਪ੍ਰੋਪਰਲੀ ਆਪਣਾ ਤੁਸੀਂ ਕਹਿ ਸਕਦੇ ਜਿਹਨੂੰ ਆਪਾਂ ਕਹਿ ਦਿੰਦੇ ਆ ਡਿਫਰੈਂਟਲੀ ਏਬਲਡ। ਹਾਂਜੀ, ਇਹ ਮੋਦੀ ਜੀ ਨੇ ਦਿਵਿਆਂਗ ਕਹਿ ਦਿੱਤਾ ਹੈ। ਬਟ ਦਿਵਿਆਂਗਾਂ ਦੀ ਵੀ ਸਿਚੁਏਸ਼ਨ ਹੋਈ ਹੈ ਕੋਈ ਬਹੁਤੀ ਇਹਨਾਂ ਦੇ ਲਈ। ਤੁਸੀਂ ਬਹੁਤ ਬਿਲਡਿੰਗਸ ਦੇਖ ਲਓ। ਬਿਲਕੁਲ। ਇਹਨਾਂ ਵਾਸਤੇ ਐਕਸੈਪਟੇਬਲ ਨਹੀਂ ਹੈਗੀਆਂ ਬਿਲਡਿੰਗਸ। ਨਾ ਬਦਲਣ ਨਾਲ ਨਹੀਂ ਕੁਝ ਹੋਣਾ, ਕਰਮ ਕਰਨ ਨਾਲ ਹੋਣਾ। ਕਰਮ ਕਰਨ ਨਾਲ, ਹਾਂ ਬਿਲਕੁਲ। ਤੇ ਉਹ ਬਠਿੰਡੇ ਤੋਂ ਆਇਆ ਵੀਰ। ਉਹ ਕਹਿੰਦਾ ਮੈਂ ਇਸ ਲਈ ਆਇਆ ਲੋਕਾਂ ਨੂੰ ਦੱਸਣ ਲਈ ਵੀ ਜੇ ਮੈਂ ਇੱਥੇ ਆ ਕੇ ਆਪਦੀ ਸ਼ਮੂਲੀਅਤ ਜਿਤਾ ਸਕਦਾ। ਤੇ ਮੈਂ ਤਾਂ ਸਾਰਿਆਂ ਨੂੰ ਬੇਨਤੀ ਕਰਦਾ, ਉੱਥੇ ਸਿੰਘੂ ਜਾ ਕੇ ਦੇਖੋ, ਤੀਕਰੀ ਜਾ ਕੇ ਦੇਖੋ, ਸ਼ਾਹਜਹਾਂਪੁਰ ਜਾ ਕੇ ਦੇਖੋ, ਤੁਹਾਨੂੰ ਲੱਗੂਗਾ ਕਿਰਤ ਕਰਨ ਵਾਲਿਆਂ ਦਾ ਬਾਬਾ ਉੱਥੇ ਵਸਦਾ, ਠਾਕੁਰ ਜੀ ਉੱਥੇ ਵਸਦੇ ਨੇ, ਅੱਲਾਹ ਪਾਕ ਉੱਥੇ ਵਸਦਾ। ਜੇ ਕੋਈ ਵੀ ਕੁਛ ਵੀ ਰਹਿ ਗਿਆ, ਸਭ ਤਾਕਤ ਉੱਥੇ ਵਸਦੀ ਹੈ, ਹਰ ਦੇਵੀ ਸ਼ਕਤੀ ਉੱਥੇ ਵਸਦੀ ਹੈ ਜੀ। ਜਿਹੜਾ ਕਹਿੰਦੇ ਨਾ ਵਾਸੂਦੇਵ ਕੁਟੁੰਬਕਮ, ਉੱਥੇ ਦੇਖਣ ਨੂੰ ਮਿਲਦਾ ਜੀ। ਤੁਹਾਨੂੰ ਉੱਥੇ ਆਈਡੀਆ ਆਫ ਇੰਡੀਆ ਮਿਲੂਗਾ। ਤੇ ਹੈਰਾਨੀ ਦੀ ਗੱਲ ਹੈ, ਆਈਡੀਆ ਆਫ ਇੰਡੀਆ ਨੂੰ ਇੰਡੀਆ ਦੇ ਟੌਪ ਮੋਸਟ ਜਿਹੜੇ ਬੰਦੇ ਨੇ ਜਿਹੜੇ ਰਿਪਰੈਜ਼ੈਂਟ ਕਰਦੇ ਨੇ, ਉਹੀ ਆਈਡੀਆ ਆਫ ਇੰਡੀਆ ਦਾ ਗਲਾ ਘੋਟ। ਬਿਲਕੁਲ। ਉਹ ਉੱਥੇ ਆ ਕੇ ਦੇਖਣਾ ਨਹੀਂ ਚਾਹੁੰਦੇ, ਉਹ ਮਾਡਲ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਉੱਥੇ ਮਿਲਦਾ ਆ, ਉਹ ਨਹੀਂ ਦੇਖਣਾ ਚਾਹੁੰਦੇ। ਸੋ ਗੁਰਮੋਹਨਪ੍ਰੀਤ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਦੇ ਲਈ। ਤੇ ਅਸੀਂ ਦੁਆ ਕਰਦੇ ਹਾਂ ਕਿ ਜਿਹੜੀ ਕਾਨੂੰਨ ਦੇ ਰਾਹੀਂ ਜਿਹੜੀ ਲੜਾਈ ਤੁਸੀਂ ਤਾਂ ਹਾਲਾਂਕਿ ਆਪਣੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਜ਼ਾਹਿਰ ਕੀਤੀਆਂ ਸੀ, ਤੇ ਉਹ ਮਾਲਕ ਦੀ ਮਿਹਰ ਹੋਈ ਸ਼ਾਇਦ, ਤੇ ਉਹ
ਉਹਨਾਂ ਨੂੰ ਪ੍ਰਭਾਵਿਤ ਕੀਤਾ, ਪਟੀਸ਼ਨ ਸਵੀਕਾਰ ਕੀਤੀ ਹੈ ਤੇ ਆਸ ਕਰਦੇ ਹਾਂ ਕਿ ਕਿਸਾਨਾਂ ਦੇ ਸੰਘਰਸ਼ ਦੇ ਵਿੱਚ ਜਿਹੜੀ ਹਿਊਮਨ ਰਾਈਟਸ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਚਿੱਠੀ ਜਿਹੜੀ ਲਿਖੀ ਸੀ ਉਹ ਅੱਗੇ ਕਿਸੇ ਜਿੱਤ ਵੱਲ ਜ਼ਰੂਰ ਪਹੁੰਚੇਗੀ, ਕਿਸੇ ਨਾ ਕਿਸੇ ਮਕਸਦ ਵੱਲ ਜਿਹੜਾ ਉਹ ਜ਼ਰੂਰ ਪਹੁੰਚੇਗੀ। ਮੈਂ ਇੱਕ ਗੱਲ ਕਹਿਣੀ ਚਾਹਾਂਗਾ ਜੀ, ਤੁਸੀਂ ਭਾਵਨਾਵਾਂ ਤੋਂ ਗੱਲ ਕੀਤੀ ਤੇ ਮੈਨੂੰ ਲੱਗਦਾ ਸੀ ਜਿੰਨਾ ਕੁ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ, ਤੇ ਸਾਡੇ ਅੰਦਰ ਝਰਨੇ ਵਗਣੇ ਚਾਹੀਦੇ ਨੇ ਪ੍ਰੇਮ ਦੇ। ਤੇ ਕਿਸਾਨ ਤੋਂ ਜ਼ਿਆਦਾ ਪ੍ਰੇਮ ਕੌਣ ਕਰ ਸਕਦਾ ਆ? ਮੈਨੂੰ ਲੱਗਦਾ ਕਿਸਾਨ ਤੋਂ ਤਕੜਾ ਪ੍ਰੇਮ ਕੌਣ ਕਰ ਸਕਦਾ ਆ? ਕੁਦਰਤ ਨਾਲ ਕਿਸਾਨ ਪ੍ਰੇਮ ਕਰਦਾ, ਲੋਕਾਂ ਨਾਲ ਉਹ ਕਰਦਾ। ਬਿਲਕੁਲ। ਤੇ ਅਸੀਂ ਉਹੀ ਵਜੂਦ ਦੇ ਕਿਰਦਾਰੇ ਆ ਤੇ ਜਜ਼ਬਾਤ ਫੈਕਟਸ ਦੋਵੇਂ ਇੱਥੇ ਇਕੱਠੇ ਨੇ। ਕਈ ਥਾਵਾਂ ਤੇ ਅਲੱਗ-ਅਲੱਗ ਹੁੰਦੇ ਆ, ਇੱਥੇ ਲੀਗੈਲਿਟੀ ਜਿਹੜੀ ਆ ਉਹ ਜਜ਼ਬਾਤਾਂ ਨਾਲ ਜੁੜੀ ਹੋਈ ਆ ਕਿਉਂਕਿ ਡੈਮੋਕ੍ਰੇਸੀ ਵਿਲ ਹੈ। ਤੇ ਆਪਾਂ ਇਹਨੂੰ ਇਕੱਲੇ ਕੋਰੇ ਜਜ਼ਬਾਤ ਨਹੀਂ ਕਹਿ ਸਕਦੇ, ਦੇ ਆਰ ਲਾਅ ਐਕਚੁਅਲੀ ਜੀ, ਕਿਉਂਕਿ ਜਿਹੜਾ ਆਪਣੇ ਲਈ ਲਾਅ ਬਣਿਆ ਇੰਗਲੈਂਡ ਤੋਂ ਜਿੱਥੋਂ ਆਇਆ ਤੇ ਉਹ ਕਾਮਨ ਜਿਹੜਾ ਲਾਅ ਸੀਗਾ ਉੱਥੋਂ ਹੀ ਕਾਨੂੰਨ ਬਣਿਆ। ਬੰਦਾ ਕਾਨੂੰਨ ਬਣਾਉਂਦਾ ਆਪ ਦੇ ਵਾਸਤੇ ਬਣਾਉਂਦਾ, ਆਪੇ ਨੂੰ ਖਤਮ ਕਰਨ ਲਈ ਨਹੀਂ ਬਣਾਉਂਦਾ। ਜੀ ਜੀ ਬਿਲਕੁਲ, ਧੰਨਵਾਦ। ਸੋ ਬਹੁਤ ਬਹੁਤ ਧੰਨਵਾਦ ਗੁਰਮੋਹਨਪ੍ਰੀਤ ਸਾਡੇ ਨਾਲ ਗੱਲਬਾਤ ਦੇ ਵਿੱਚ ਸ਼ਾਮਿਲ ਹੋਣ ਦੇ ਲਈ।